ਗੁਰ ਗੋਬਿੰਦ ਗੋਪਾਲ ਗੁਰ ਗੁਰਪੂਰਨ ਨਾਰਾਇਣ ਹੈ। ਗੁਰ ਦਇਆਲ ਸਮਰੱਥ ਗੁਰ, ਗੁਰ ਨਾਨਕ ਪਤਿਤ ਉਦਾਹਰਣ ਹੈ। ਚਬਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ, ਤਿੰਨਾਂ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸ੍ਰੀ ਸ਼ੀਸ਼ਗੰਜ ਦਿੱਲੀ ਵਿਖੇ ਆਪ ਸਰਬੱਤ ਸੰਗਤਾਂ ਹਾਜ਼ਰੀਨ ਹੋ। ਸਤਿਕਾਰਯੋਗ ਗੁਰੂ ਕੇ ਵਜ਼ੀਰ ਪਾਸੋਂ ਆਪ ਸੰਗਤ ਨੇ ਤੁਰਕੀ ਬਾਣੀ ਦਾ ਫਰਮਾਨ ਸਰਵਣ ਕੀਤਾ ਹੈ। ਆਓ ਇਸ ਅਕਾਲੀ ਫਰਮਾਨ ਦੀ ਵਿਚਾਰ ਨਾਲ ਜੁੜ ਕੇ ਆਪਣੇ ਸਮੇਂ ਨੂੰ, ਜੀਵਨ ਨੂੰ ਸਫਲਾ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਗੌੜੀ ਰਾਗ ਸੁਲੱਖਣੀ, ਜੇ ਖਸਮੈ ਚਿਤ ਕਰੇ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦਾ ਇਹ ਫਰਮਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 311 ਅੰਗ ਤੇ ਦਰਜ ਹੈ। ਤੋ ਮਹਾਰਾਜ ਇੱਥੇ ਇੱਕ ਵਿਸ਼ੇਸ਼ ਰਾਗ ਦਾ ਜ਼ਿਕਰ ਕਰਦੇ ਨੇ। ਗੌੜੀ ਜੋ ਰਾਗਨੀ ਹੈ, ਤੋ ਮਹਾਰਾਜ ਕਹਿੰਦੇ ਨੇ ਜੇ ਕੋਈ ਰਾਗ ਦੇ ਸਹਿਤ ਪਰਮਾਤਮਾ ਦੇ ਗੀਤ ਗਾਵੇ ਤੇ ਭਾਵਨਾ ਨਾ ਹੋਵੇ ਤੋ ਬਹੁਤੀ ਪ੍ਰਾਪਤੀ ਨਹੀਂ ਹੈ। ਤੇ ਜੇ ਭਾਵਨਾ ਦੇ ਸਹਿਤ ਚਿੱਤ ਵਿੱਚ ਟਿਕਾ ਕੇ ਗੀਤ ਗਾਏ ਜਾਣ ਤੋ ਸੁਲੱਖਣੀ ਤੋਂ ਭਾਵ ਹੈ ਉਹ ਚੰਗੇ ਲੱਛਣਾਂ ਵਾਲੀ ਜੀਵ ਇਸਤਰੀ ਹੋ ਨਿਬੜਦੀ ਹੈ। ਚੰਗੇ ਗੁਣਾਂ ਵਾਲੀ, ਸਤ ਸੰਤੋਖ ਦਇਆ ਧਰਮ ਉਸਨੂੰ ਹਾਸਲ ਹੁੰਦਾ ਹੈ। ਤੋ ਦੂਸਰਾ ਭਾਵ ਇਹ ਹੈ, ਗੌੜੀ ਦਾ ਮਤਲਬ ਬੁੱਧੀ ਵੀ ਹੁੰਦਾ ਹੈ। ਰਾਗ ਪ੍ਰੇਮ ਨੂੰ ਕਹਿੰਦੇ ਨੇ। ਸੁਲੱਖਣੀ ਦਾ ਭਾਵ ਹੈ ਉੱਤਮ ਲੱਖਣਾਂ ਵਾਲੀ, ਜਿਹੜੀ ਬੁੱਧੀ ਭਿੱਜ ਕੇ ਪਰਮਾਤਮਾ ਦੇ ਗੀਤ ਗਾਉਂਦੀ ਹੈ। ਉਹੀ ਉੱਚੀ ਤੇ ਸੁੱਚੀ ਮੱਤ ਹੈ, ਬੁੱਧੀ ਹੈ। ਉਹੀ ਸ਼ੋਭਨੀਕ ਮੱਤ ਹੈ। ਤੋ ਮਹਾਰਾਜ ਕਹਿੰਦੇ ਨੇ ਉਸ ਖਸਮ ਨੂੰ ਜਦੋਂ ਵੀ ਗਾਉਣਾ ਹੈ ਤੋ ਚੇਤੇ ਰੱਖ ਕੇ ਗਾਉਣਾ ਹੈ। ਅਰਬੀ ਦਾ ਲਫ਼ਜ਼ ਹੈ ਖਸਮ, ਸਵਾਮੀ ਨੂੰ ਕਹਿੰਦੇ ਨੇ, ਮਾਲਕ ਨੂੰ। ਅੱਗੇ ਗੁਰੂ ਅਮਰਦਾਸ ਕਹਿੰਦੇ ਨੇ, ਭਾਣੇ ਚੱਲੈ ਸਤਿਗੁਰੂ ਕੈ, ਐਸਾ ਸਿਗਾਰ ਕਰੇ। ਹੁਣ ਜੀਵ ਇਸਤਰੀ ਮਹਾਰਾਜ ਕਹਿੰਦੇ ਨੇ ਅਗਰ ਸ਼ਿੰਗਾਰ ਕਰਨਾ ਹੈ ਤੇ ਪਰਮਾਤਮਾ ਦੇ ਨਾਮ ਦਾ, ਗੁਰੂ ਦੇ ਹੁਕਮ ਦਾ ਸ਼ਿੰਗਾਰ ਕਰੇ। ਗੁਰੂ ਦੇ ਭਾਣੇ ਵਿੱਚ ਚੱਲੇ ਤੋ ਸਰੀਰ ਦੇ ਹੋਰ ਕੀਤੇ ਹੋਏ ਸ਼ਿੰਗਾਰ, ਹੋਰ ਸ਼ੋਭਾ ਵਧਾਉਣ ਵਾਲਾ ਸਜਾਇਆ ਹੋਇਆ ਸਰੀਰ ਤੇ ਸਮਾਨ, ਮਹਾਰਾਜ ਕਹਿੰਦੇ ਇਹ ਅਸਲ ਸ਼ਿੰਗਾਰ ਨਹੀਂ ਹੈ, ਨਾ ਇਹਦੇ ਨਾਲ ਲੋਕ ਪਰਲੋਕ ਸੋਭਾ ਹੀ ਆਉਣੀ ਹੈ।
ਤੋ ਨਾ ਤੇ ਜਵਾਨੀ ਰਹਿਣੀ ਹੈ, ਨਾ ਇਹ ਸੁਹੱਪਣ ਰਹਿਣਾ ਹੈ। ਠੀਕ ਹੈ, ਸਰੀਰ ਨੂੰ ਸਾਂਭਣਾ ਹੋਰ ਵਿਸ਼ਾ ਹੈ। ਤੋ ਜਿਹੜੇ ਬਨੌਟੀ ਹਾਰ ਸ਼ਿੰਗਾਰ ਨੇ, ਮਹਾਰਾਜ ਕਹਿੰਦੇ ਉਹਨਾਂ ਨੇ ਸ਼ੋਭਾ ਨਹੀਂ ਵਧਾਉਣੀ। ਨਾਮ ਦਾ ਸ਼ਿੰਗਾਰ ਕਰੋ ਜੇ ਸ਼ੋਭਾ ਚਾਹੀਦੀ ਹੈ। ਸਤਿਗੁਰ ਕਾ ਭਾਣਾ ਚਿੱਤ ਰੱਖੋ, ਸੰਜਮ ਸੱਚਾ ਨੇਹੋ। ਨਾਨਕ ਐਥੈ ਸੁਖ ਹੈ ਅੰਦਰ ਰਖਸੀ, ਅੱਗੇ ਹਰਿ ਸਿਉ ਕੇਲ ਕਰੇ ਹੋ। ਇਹਨੇ ਭਾਣਾ ਮੰਨਿਆ, ਭਾਣੇ ਦਾ ਸ਼ਿੰਗਾਰ ਕੀਤਾ। ਇੱਥੇ ਵੀ ਸੁੱਖ ਹੈ ਤੇ ਪਰਲੋਕ ਵਿੱਚ ਵੀ ਉਹਦਾ ਅਦਬ ਹੈ, ਸਤਿਕਾਰ ਹੈ। ਨਰਕਾਂ ਵਿੱਚ ਸਜ਼ਾ ਨਹੀਂ ਮਿਲੇਗੀ। ਅੱਗੇ ਗੁਰੂ ਅਮਰਦਾਸ ਕਹਿੰਦੇ ਨੇ, ਸੱਚਾ ਸ਼ਬਦ ਪਧਾਰ ਹੈ, ਸਦਾ ਸਦਾ ਰਾਵੇ। ਜਿਵੇਂ ਇੱਕ ਇਸਤਰੀ ਆਪਣੇ ਪਤੀ ਦੇ ਮਿਲਾਪ ਤੋਂ ਖੁਸ਼ ਹੁੰਦੀ ਹੈ, ਤਾਂ ਉਹ ਖੁਸ਼ੀ ਥੋੜ੍ਹੇ ਸਮੇਂ ਲਈ ਹੋਇਆ ਕਰਦੀ ਹੈ। ਮਹਾਰਾਜ ਕਹਿੰਦੇ ਨੇ, ਅਸਲ ਅਕਾਲ ਪੁਰਖ ਦੇ ਨਾਲ, ਉਹਦੇ ਨਾਮ ਦੇ ਨਾਲ ਆਪਣੇ ਆਪ ਨੂੰ ਰਾਵਣਾ ਕਰ। ਨਾਮ ਦੇ ਨਾਲ ਭੋਗ ਨੂੰ ਭੋਗਣਾ ਕਰ। ਉਹਦੇ ਵਰਗਾ ਆਨੰਦ ਕਿਸੇ ਵੀ ਰਿਸ਼ਤੇ ਵਿੱਚ ਨਹੀਂ ਹੈ। ਉਹਦੇ ਵਰਗੀ ਖੁਸ਼ੀ ਕਿਸੇ ਪਾਸੋਂ ਵੀ ਤੈਨੂੰ ਨਹੀਂ ਮਿਲ ਸਕਦੀ। ਤੋ ਤਾਂ ਹੀ ਆਪਾਂ ਦੇਖਦੇ ਹਾਂ ਕਈ ਮਹਾਤਮਾ ਕੁੱਲੀਆਂ ਵਿੱਚ ਰਹਿ ਕੇ ਵੀ ਖੁਸ਼ ਨੇ, ਤੇ ਅਸੀਂ ਮਹਿਲਾਂ ਵਿੱਚ ਰਹਿ ਕੇ ਵੀ ਡਿਪਰੈਸਡ ਹੈ, ਚਿੰਤਾਵਾਂ ਵਿੱਚ ਹੈ। ਤੋ ਨਾਮ ਦਾ ਐਸਾ ਆਨੰਦ ਹੈ। ਬਾਣੀ ਦੇ ਵਿੱਚ ਸ਼ਬਦ ਆਉਂਦਾ ਹੈ, ਜਿਉਂ ਉਬਲੀ ਮਜੀਠੈ ਰੰਗ ਗਹਿ ਗਹਾ, ਤਿਉਂ ਸੱਚੇ ਨੋ ਜੀਓ ਦੇ। ਗੁਰੂ ਅਮਰਦਾਸ ਕਹਿੰਦੇ, ਜਦੋਂ ਪਾਣੀ ਦੇ ਵਿੱਚ ਮਜੀਠ ਪਾਈਏ ਨਾ, ਉਬਾਲੀਏ, ਤੇ ਉਹਦਾ ਰੰਗ ਬਹੁਤਾ ਗੂੜਾ ਹੋ ਜਾਂਦਾ ਹੈ। ਮਜੀਠ ਇੱਕ ਵੇਲ ਹੁੰਦੀ ਹੈ, ਤੋ ਜਿਹਦੀ ਡੰਡੀ ਚੋਂ ਲਾਲ ਰੰਗ ਪੈਦਾ ਹੁੰਦਾ ਹੈ। ਤੋ ਵੈਸੇ ਉਹ ਵੇਲ ਦੇਖਣ ਨੂੰ ਸੁਹੱਪਣ ਵਾਲੀ ਹੈ, ਪਰ ਉਤਨਾ ਗਾੜਾ ਰੰਗ ਨਹੀਂ ਜਿੰਨਾ ਉਬਲਣ ਤੋਂ ਬਾਅਦ ਹੋ ਜਾਂਦਾ ਹੈ। ਤੋ ਸਾਹਿਬ ਕਹਿੰਦੇ ਨੇ, ਜਿਵੇਂ ਮਜੀਠ ਉਬਾਲਾ ਸਹਾਰ ਕੇ ਲਾਲੀ ਵਿੱਚ ਆਉਂਦੀ ਹੈ, ਇਸ ਤਰ੍ਹਾਂ ਜਿਹੜੇ ਪਰਮਾਤਮਾ ਦੇ ਨਾਮ ਦਾ ਅਭਿਆਸ ਕਰਦੇ ਨੇ, ਮੁਸ਼ੱਕਤ ਘਾਲਦੇ ਨੇ, ਤੋ ਉਹਨਾਂ ਦੇ ਪ੍ਰੇਮ ਦਾ ਰੰਗ ਗਹਿ ਗਹਾ ਹੋ ਜਾਂਦਾ ਹੈ। ਗਹਿ ਗਹਾ ਗੂੜੇ ਰੰਗ ਨੂੰ ਕਹਿੰਦੇ ਨੇ। ਉਹ ਬੜਾ ਪਰਮਾਤਮਾ ਨਾਲ ਗੂੜਾ ਪਿਆਰ ਪਾ ਲੈਂਦੇ ਨੇ। ਤੋ ਮੁਸ਼ੱਕਤ ਘਾਲਣੀ ਪੈਂਦੀ ਹੈ, ਚੌਂਕੜਾ ਲਾਉਣਾ ਪੈਂਦਾ ਹੈ। ਬਿਨਾਂ ਮੁਸ਼ੱਕਤ ਤੋਂ ਕੁਝ ਨਹੀਂ ਮਿਲਦਾ। ਕੁਝ ਵੀ ਕਮਾਉਂਦੇ ਹੋ, ਘਾਲਣਾ ਘਾਲ ਕੇ ਹੀ ਕਮਾਇਆ ਜਾਂਦਾ, ਤੇ ਰੱਬ ਇੱਦਾਂ ਹੀ ਥੋੜ੍ਹਾ ਮਿਲੇਗਾ। ਤੋ ਅੱਗੇ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ, ਰੰਗ ਚਲੂਲੇ ਅਤ ਰਤੀ, ਸੱਚੇ ਸਿਉ ਲੱਗਾ ਨੇਹੋ। ਚਲੂਲ ਲਫ਼ਜ਼ ਵੀ ਗੂੜੇ ਲਾਲ ਰੰਗ ਲਈ ਆਇਆ ਹੈ। ਇਹ ਆਤਮਾਕਾਰ ਬਿਰਤੀ ਦਾ ਹੋ ਜਾਣਾ। ਹੁਣ ਰੰਗ ਲਫ਼ਜ਼ ਪ੍ਰੇਮ ਲਈ ਵੀ ਆਉਂਦਾ ਹੈ। ਤੋ ਮਹਾਰਾਜ ਇੱਥੇ ਸਮਝਾਉਂਦੇ ਨੇ, ਪਰਮਾਤਮਾ ਦੀ ਯਾਦ ਦੇ ਵਿੱਚ ਚੌਂਕੜਾ ਲਾ ਕੇ ਬੈਠ। ਤੈਨੂੰ ਨਾਮ ਦੀ ਲਾਲੀ ਚੜ੍ਹ ਜਾਵੇ, ਤੇਰੇ ਅੰਦਰ ਉਹਦੀ ਰਤੀ ਭਾਵ ਰਤ ਪ੍ਰੇਮ ਪੈਦਾ ਹੋ ਜਾਵੇ। ਬਿਨਾਂ ਸਮਾਂ ਦਿੱਤਿਆਂ ਚੌਂਕੜਾ ਲਾਇਆ ਪ੍ਰੇਮ ਪੈਦਾ ਨਹੀਂ ਹੁੰਦਾ। ਗੂੜੇ ਰੰਗ ਵਿੱਚ ਆਪਣੇ ਆਪ ਨੂੰ ਜੇ ਰੰਗਣਾ ਹੈ ਤੇ ਸਮਾਂ ਕੱਢੋ, ਚਾਹੇ 2 ਮਿੰਟ ਬੈਠੋ, 5 ਮਿੰਟ ਬੈਠੋ, ਹੌਲੀ ਹੌਲੀ ਰਸ ਆਉਣ ਲੱਗ ਪਵੇਗਾ। ਤੋ ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਗੂੜੇ ਲਾਲ ਰੰਗ ਦੇ ਵਿੱਚ ਉਹ ਭਲੀ ਪ੍ਰਕਾਰ ਭਿੱਜ ਜਾਂਦੇ ਨੇ ਜਿਹੜੇ ਸਮਾਂ ਦਿੰਦੇ ਨੇ, ਚੌਂਕੜਾ ਲਾਉਂਦੇ ਨੇ, ਅਕਾਲ ਦੇ ਗੀਤ ਗਾਉਂਦੇ ਨੇ।
ਦੂਜੀ ਤਰਫ ਉਹਨਾਂ ਦੀ ਬਾਤ ਪਾਉਂਦੇ ਨੇ ਜਿਹੜੇ ਪਰਮਾਤਮਾ ਦਾ ਸ਼ੁਕਰ ਨਹੀਂ ਮਨਾਉਂਦੇ, ਉਹਦੇ ਬਖਸ਼ੇ ਪਦਾਰਥਾਂ ਨੂੰ ਤੇ ਚੱਖਦੇ ਨੇ ਪਰ ਉਹਦਾ ਨਾਮ ਭੁੱਲ ਜਾਂਦੇ ਨੇ। ਕੂੜ ਠੱਗੀ ਗੁੱਜੀ ਨਾ ਰਹੈ, ਕੂੜ ਮੁਲੰਮਾ ਪਲੇਟ ਧਰੇ ਹੋ। ਕੂੜ ਤੋਂ ਭਾਵ ਹੈ ਕੁਫਰ, ਅਸਤਿ, ਝੂਠ। ਕਈ ਲੋਕ ਨਾ ਕੇਵਲ ਧਾਰਮਿਕ ਲਿਬਾਸ ਇਸ ਲਈ ਪਾਉਂਦੇ ਨੇ ਲੋਕਾਂ ਨੂੰ ਠੱਗਿਆ ਜਾਵੇ। ਰਤ ਨਹੀਂ ਹੈ ਅੰਦਰ, ਪ੍ਰੇਮ ਨਹੀਂ ਹੈ, ਬਗਲ ਸਮਾਧੀ ਹੈ। ਵੇਖਣ ਨੂੰ ਲੱਗੇਗਾ ਮੁਸ਼ੱਕਤ ਘਾਲਦੇ ਨੇ ਪਰ ਦਾਤੇ ਨੇ। ਤੋ ਹੁਣ ਪੂਜਾ ਪ੍ਰਤਿਸ਼ਠਾ ਸਾਰੇ ਹੀ ਚਾਹੁੰਦੇ ਨੇ ਹੋਵੇ, ਤੋ ਵਿਖਾਵੇ ਦਾ ਚੌਂਕੜਾ ਲਾ ਲੈਂਦੇ ਨੇ। ਕਹਿੰਦੇ ਪਖੰਡ ਨਾ ਕਰੀ, ਇਹ ਮਲੰਮੇ ਦੇ ਰੰਗ ਵਾਂਗੂ ਇੱਕ ਨਾ ਇੱਕ ਦਿਨ ਪ੍ਰਗਟ ਹੋ ਜਾਂਦਾ ਹੈ। ਮਲੰਮਾ ਕੀ ਹੁੰਦਾ ਹੈ? ਕੋਈ ਨਾ ਕੋਈ ਮਾਮੂਲੀ ਧਾਤ ਦਾ ਗਹਿਣਾ ਬਣਾ ਕੇ ਨਾ, ਪਿੱਤਲ ਆਦਿ ਦਾ, ਤੇ ਉੱਤੇ ਸੋਨੇ ਦੀ ਝਾਲ ਮਾਰ ਦਿੰਦੇ ਨੇ। ਤੇ ਉਹ ਸਦਾ ਝਾਲ ਟਿਕੀ ਨਹੀਂ ਰਹਿੰਦੀ। ਸੋਨੇ ਦੇ ਗਲਾਫ ਵਿੱਚ ਲਪੇਟਿਆ ਪਿੱਤਲ ਸਦਾ ਪ੍ਰਗਟ ਸੋਨੇ ਦੇ ਰੂਪ ਵਿੱਚ ਨਹੀਂ ਰਹਿੰਦਾ। ਇੱਕ ਦਿਨ ਉਹਦੀ ਅਸਲ ਔਕਾਤ ਸਾਹਮਣੇ ਆ ਜਾਂਦੀ ਹੈ। ਤੋ ਕਹਿੰਦੇ ਚੌਂਕੜਾ ਲਾਉਣਾ ਹੈ ਤੇ ਅੰਦਰੋਂ ਜੁੜ ਕੇ ਲਾ, ਵਿਖਾਵੇ ਲਈ ਨਾ ਲਾ। ਅੱਗੇ ਗੁਰੂ ਅਮਰਦਾਸ ਕਹਿੰਦੇ ਨੇ, ਕੂੜੀ ਕਰਨ ਵਡਾਈਆ, ਕੂੜੇ ਸਿਉ ਲੱਗਾ ਨੇਹੋ। ਤੋ ਦੁਨੀਆ ਦੇ ਉੱਤੇ ਕੁਝ ਐਸੇ ਲੋਕ ਨੇ ਜਿਹੜੇ ਹਿਰਦੇ ਵਿੱਚ ਸਦਾ ਹੀ ਠੱਗਣ ਵਾਲੀ ਭਾਵਨਾ ਰੱਖਦੇ ਨੇ। ਉਹ ਐਵੇਂ ਵਿਖਾਵੇ ਮਾਤਰ ਪਰਮਾਤਮਾ ਦੀ ਵਡਿਆਈ ਕਰਦੇ ਨੇ, ਪਰ ਉਹਨਾਂ ਦੇ ਅੰਦਰ ਪਰਮਾਤਮਾ ਦੇ ਪ੍ਰਤੀ ਤੇ ਨਹੀਂ ਹੁੰਦਾ। ਮਹਾਰਾਜ ਕਹਿੰਦੇ ਨੇ ਐਸੇ ਜਿਹੜੇ ਕੂੜ ਲੋਕ ਨੇ, ਝੂਠੇ ਲੋਕ ਨੇ, ਉਹਨਾਂ ਦਾ ਮੋਹ ਕੇਵਲ ਮਾਇਆ ਨਾਲ ਹੈ, ਕੂੜੇ ਪਦਾਰਥਾਂ ਨਾਲ। ਇਸ ਕਰਕੇ ਹੀ ਉਹ ਵਿਖਾਵਾ ਕਰ ਰਹੇ ਨੇ, ਧਰਮੀ ਹੋਣ ਦਾ ਢੋਂਗ ਕਰਦੇ ਨੇ। ਤੋ ਅੱਗੇ ਪਾਤਸ਼ਾਹ ਕਹਿੰਦੇ ਨੇ, ਨਾਨਕ ਸੱਚਾ ਆਪ ਹੈ, ਆਪੇ ਨਦਰ ਕਰੇ। ਕਹਿੰਦੇ ਉਹ ਸੱਚ ਸਰੂਪ ਪਰਮਾਤਮਾ ਕਿਰਪਾ ਕਰੇ ਤੇ ਫਿਰ ਅਸਲ ਸਮਾਧੀ ਲੱਗਦੀ ਹੈ, ਅਸਲ ਚੌਂਕੜਾ ਲੱਗਦਾ ਹੈ, ਅੰਦਰੋਂ ਜੁੜੀਦਾ ਹੈ। ਨਹੀਂ ਤੇ ਸਭ ਦਿਖਾਵੇ ਲਈ ਖੇਲ ਖੇਲੇ ਜਾਂਦੇ ਨੇ। ਬੁਰਾ ਨਹੀਂ ਹੈ ਕਰਮ ਧਰਮ, ਗੁਰਦੁਆਰੇ ਆਉਣਾ, ਸੇਵਾ ਕਰਨੀ, ਭਜਨ ਕਰਨਾ, ਪਰ ਇਹ ਦਿਖਾਵਾ ਨਾ ਹੋਵੇ। ਕਿਸੇ ਤੇ ਪ੍ਰਭਾਵ ਪਾਉਣ ਲਈ ਇਹ ਕਰਮ ਨਾ ਕੀਤਾ ਜਾਵੇ। ਇੱਕ ਗੁਰੂ ਨਾਨਕ ਦੀ ਖੁਸ਼ੀ ਲਈ ਕਰੋਗੇ ਤੇ ਤੁਹਾਨੂੰ ਖੁਸ਼ੀ ਮਿਲੇਗੀ। ਤੋ ਸਾਹਿਬ ਕਹਿੰਦੇ ਨੇ ਉਹਦੀ ਨਦਰ ਹੋਵੇ, ਉਹਦੀ ਕਿਰਪਾ ਹੋਵੇ। ਨਦਰ ਲਫ਼ਜ਼ ਅਰਬੀ ਦਾ ਹੈ, ਦ੍ਰਿਸ਼ਟੀ ਨੂੰ ਕਹਿੰਦੇ ਨੇ। ਤੋ ਕਿਰਪਾ ਸਵੱਲੀ ਨਦਰ ਅਕਾਲ ਪੁਰਖ ਦੀ ਹੋਵੇ ਤੇ ਹੁੰਦੀ ਹੈ। ਅੱਗੇ ਮਹਾਰਾਜ ਹੁਕਮ ਕਰਦੇ ਨੇ, ਮਹੱਲਾ ਚੌਥਾ, ਸਤ ਸੰਗਤ ਮਹਿ ਹਰ ਉਸਤਤ ਹੈ, ਸੰਗ ਸਾਧੂ ਮਿਲੇ ਪਿਆਰਿਆ। ਸਾਧੂਆਂ ਦੀ ਸੰਗਤ ਵਿੱਚ ਜਦੋਂ ਵੀ ਬੈਠੋਗੇ ਨਾ, ਤੋ ਇੱਕ ਗੱਲ ਸਮਝ ਪਵੇਗੀ, ਉੱਥੇ ਕੇਵਲ ਅਕਾਲ ਪੁਰਖ ਦੀ ਉਸਤਤ ਹੁੰਦੀ ਹੈ। ਤੋ ਅਰਦਾਸ ਕਰੋ, ਹੇ ਪਿਆਰੇ ਪਰਮ ਮਿੱਤਰ ਅਕਾਲ ਪੁਰਖ, ਸਾਨੂੰ ਸਾਧੂਆਂ ਦੀ ਸੰਗਤ ਮਿਲ ਜਾਵੇ, ਜਿਹੜੇ ਕੇਵਲ ਅਕਾਲ ਪੁਰਖ ਤੇਰੇ ਹੀ ਗੀਤ ਗਾਉਂਦੇ ਨੇ, ਜਿਨ੍ਹਾਂ ਦੀ ਸੰਗਤ ਵਿੱਚ ਤੇਰੀ ਹੀ ਵਡਿਆਈ ਹੁੰਦੀ ਹੈ। ਭਾਈ ਸਾਹਿਬ ਭਾਈ ਨੰਦ ਲਾਲ ਨੇ ਫਾਰਸੀ ਵਿੱਚ ਸਾਧੂਆਂ ਦੀ ਸੰਗਤ ਬਾਬਤ ਇੱਕ ਗਜ਼ਲ ਉਚਾਰੀ ਹੈ। ਦਰਮਿਆਨੇ ਬਜ਼ਮ ਮਾਜ਼ੁਜ਼ ਕਿੱਸਾ ਏ ਜਨਾਨਾ ਨੇਸਤ।
ਬੇਹਿਸਾਬ ਅੰਦਰੀ ਮਜਲਸ ਕਸੇ ਬੇਗਾਨਾ ਨੇਸਤ। ਕਹਿੰਦੇ ਸਾਡੀ ਸੰਗਤ ਵਿੱਚ ਆ, ਸਾਧੂਆਂ ਦੀ ਮਜਲਸ ਵਿੱਚ ਬੈਠ। ਬਜ਼ਮ ਸੰਗਤ ਨੂੰ ਕਹਿੰਦੇ ਨੇ, ਮਜਲਸ ਦਰਬਾਰ ਨੂੰ ਕਹਿੰਦੇ ਨੇ ਫਾਰਸੀ 'ਚ। ਤੂੰ ਆ ਸਾਡੇ ਪਾਸ। ਸਾਡੀ ਸੰਗਤ ਦੇ ਵਿੱਚ ਇੱਕੇ ਦਾ ਹੀ ਕਿੱਸਾ ਚੱਲਦਾ ਹੈ, ਕਥਾ ਚੱਲਦੀ ਹੈ, ਉਹ ਹੈ ਅਕਾਲ ਪੁਰਖ ਗੁਰੂ ਨਾਨਕ ਦੀ। ਤੋ ਸਾਧੂਆਂ ਦੀ ਜਿਹੜੀ ਸੰਗਤ ਹੈ, ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਵਖਾਣੀ ਹੈ, ਅਕਾਲ ਪੁਰਖ ਦੀ ਹੀ ਬਾਤ ਚੱਲੇ। ਅੱਗੇ ਗੁਰੂ ਪਾਤਸ਼ਾਹ ਕਹਿੰਦੇ ਨੇ, ਓਏ ਪੁਰਖ ਪ੍ਰਾਣੀ ਧਨ ਜਨ ਹੈ, ਉਪਦੇਸ਼ ਕਰ ਹੈ ਪਰ ਉਪਕਾਰਿਆ। ਉਹ ਜਿਹੜੇ ਪੁਰਸ਼ਾਰਥ ਦੇ ਸਹਿਤ ਮਹਾਤਮਾ ਮਹਾਂਪੁਰਸ਼ ਨੇ ਨਾ, ਜਿਨ੍ਹਾਂ ਦੀ ਸੰਗਤ ਤੋਂ ਬਹਿਣਾ ਹੈ, ਉਹ ਬੜੇ ਧਨਤਾ ਦੇ ਯੋਗ ਨੇ। ਕਿਉਂ? ਉਹਨਾਂ ਦੀ ਵਡਿਆਈ ਹੈ, ਕਹਿੰਦੇ ਉਹ ਸਾਰਿਆਂ ਤੇ ਪਰਉਪਕਾਰ ਕਰਨ ਦੇ ਲਈ ਨੇਕ ਉਪਦੇਸ਼ ਦਿੰਦੇ ਨੇ। ਉਹ ਸੱਜਣਾ ਮਿੱਤਰਾਂ ਦਾ, ਸਭਨਾਂ ਦਾ ਭਲਾ ਕਰਦੇ ਨੇ। ਉਹਨਾਂ ਦਾ ਬਿਰਧ ਪਰਉਪਕਾਰ ਕਰਨ ਵਾਲਾ ਹੈ। ਤੁਸੀਂ ਰੋਜ਼ ਤੇ ਪੜ੍ਹਦੇ ਹੋ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਤੋ ਉਹ ਸਾਰਿਆਂ ਨੂੰ ਸ਼ੁਭ ਸਿੱਖਿਆ ਦੇ ਕੇ ਰੋਗਾਂ ਸੋਗਾਂ ਤੋਂ ਬਚਾਉਣ ਦੇ ਲਈ ਪ੍ਰਮਾਤਮਾ ਦੇ ਨਾਮ ਨਾਲ ਜੋੜਦੇ ਨੇ। ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰਸਿਓ ਲੈਣ ਮਿਲਾਏ। ਕੀ ਪਰਉਪਕਾਰ ਕਰਦੇ ਨੇ? ਆਪ ਜੁੜੇ ਨੇ ਗੁਰੂ ਨਾਨਕ ਨਾਲ, ਅਕਾਲ ਪੁਰਖ ਨਾਲ, ਹੋਰਾਂ ਨੂੰ ਜੋੜ ਕੇ ਭਵਸਾਗਰ ਤੋਂ ਪਾਰ ਲੈ ਜਾਂਦੇ ਨੇ। ਤੋ ਉਹਨਾਂ ਦੀ ਸੰਗਤ ਵਿੱਚ ਕੀ ਹੁੰਦਾ ਹੈ? ਕਹਿੰਦੇ ਹਰ ਨਾਮ ਦ੍ਰਿੜਾਵੈ ਹੈ, ਹਰ ਨਾਮ ਸੁਣਾਵੈ ਹੈ, ਹਰ ਨਾਮੇ ਜਗ ਨਿਸਤਾਰਿਆ। ਉਹਨਾਂ ਕੋਲ ਜਦੋਂ ਬੈਠੀਏ ਤੇ ਉਹ ਨਾਮ ਦਾ ਅਭਿਆਸ ਕਰਾਉਂਦੇ ਨੇ। ਡਾਕਟਰ ਬਣਨ ਦੇ ਲਈ ਤੁਹਾਨੂੰ 5 ਸਾਲ ਥਿਊਰੀ ਪੜ੍ਹਨੀ ਪੈਂਦੀ ਹੈ, MBBS ਕਰਨੀ ਹੈ, ਤੇ ਉਹਦੇ ਬਾਅਦ 6 ਮਹੀਨੇ ਸਾਲ ਇੰਟਰਨਸ਼ਿਪ ਲੱਗਦੀ ਹੈ। ਵੀ ਜਿਹੜੇ ਡਾਕਟਰ ਨੇ ਐਕਸਪੀਰੀਅੰਸ ਵਾਲੇ, ਉਹਨਾਂ ਦੀ ਸੰਗਤ ਚੀਰ ਫੜ ਕਰਨੀ ਸਿੱਖ, ਫਿਰ ਡਾਕਟਰ ਦਾ ਤਗਮਾ ਮਿਲੇਗਾ ਤੈਨੂੰ, ਕੱਲੀ ਥਿਊਰੀ ਨਾਲ ਨਹੀਂ। ਤੂੰ ਬਾਣੀ ਬੜੀ ਪੜ੍ਹਦਾ ਹੈ, ਸਹਿਜ ਪਾਠ ਕਰਦਾ ਹੋਵੇਂਗਾ, ਸ਼ੋਭਨੀਕ ਹੈ, ਇੱਦਾਂ ਗੱਲ ਨਹੀਂ ਬਣਦੀ। ਜਿਨ੍ਹਾਂ ਜੀਵਨ ਵਿੱਚ ਬਾਣੀ ਨੂੰ ਢਾਲਿਆ ਹੈ, ਗੁਰੂ ਦੇ ਸਿਧਾਂਤ ਤੇ ਚੱਲੇ ਨੇ, ਉਹਨਾਂ ਦੀ ਸੰਗਤ ਚੌਂਕੜਾ ਲਾਵੇਂਗਾ, ਪ੍ਰੈਕਟੀਕਲ ਕਰੇਗਾ ਤੇ ਬਾਤ ਬਣੇਗੀ। ਤੋ ਕਹਿੰਦੇ ਉਹਨਾਂ ਦੀ ਸੰਗਤ ਵਿੱਚ ਬੈਠ ਕੇ ਨਾਮ ਉਹਨਾਂ ਤੋਂ ਸੁਣੀਦਾ ਹੈ, ਪਰਮਾਤਮਾ ਦੀ ਵਡਿਆਈ, ਉਹਨੂੰ ਫਿਰ ਉਹ ਦ੍ਰਿੜ ਕਰਵਾਉਂਦੇ ਨੇ, ਯਾਦ ਵੀ ਕਰਵਾਉਂਦੇ ਨੇ। ਕਿਉਂਕਿ ਜੋ ਯਾਦ ਹੈ ਨਾ, ਕੰਠ ਵਿੱਚ ਹੈ, ਤੋ ਉਹ ਕਿਧਰੇ ਆਪਾਂ ਕਾਰ ਵਿਵਹਾਰ ਵਿੱਚ ਰੁੱਝੇ ਵੀ ਗਾ ਸਕਦੇ ਹਾਂ। ਹੁਣ ਜਪਜੀ ਸਾਹਿਬ ਕੰਠ ਹੈ, ਤੇ ਕਿਧਰੇ ਦੇਵਨੇਤ ਐਸੀ ਹੋਵੇ, ਗੁੜਕਾ ਸਾਹਿਬ ਹੀ ਨਾ ਮਿਲੇ, ਤੇ ਤੁਸੀਂ ਬਾਣੀ ਪੜ੍ਹ ਸਕਦੇ ਹੋ। ਤੇ ਜੇ ਬਾਣੀ ਕੰਠ ਨਹੀਂ ਹੈ ਤੇ ਮੁਸ਼ਕਲ ਹੈ। ਬੈਂਕ 'ਚ ਪਿਆ ਪੈਸਾ ਕਿੱਥੇ ਕੰਮ ਆਉਂਦਾ ਹੈ? ਉਹੀ ਕੰਮ ਆਉਂਦਾ ਜਿਹੜਾ ਜੇਬ ਵਿੱਚ ਹੁੰਦਾ ਹੈ। ਤੋ ਧਿਆਨ ਰੱਖਿਓ, ਉਹ ਨਾਮ ਦ੍ਰਿੜ ਕਰਵਾਉਂਦੇ ਨੇ। ਤੇ ਜਿੰਨਾ ਫਿਰ ਨਾਮ ਦ੍ਰਿੜ ਕਰ ਲਿਆ ਹੈ, ਥਰੂ ਦਾ ਨੇਮ ਆਫ ਦਾ ਲਾਰਡ ਯੂ ਵਿਲ ਬੀ ਸੇਵਡ। ਤੇਰੇ ਪਾਪ ਮਿਟਣਗੇ, ਭਵਸਾਗਰ ਤੋਂ ਤਰੇਂਗਾ, ਨਿਸਤਾਰੇ ਤੋਂ ਭਾਵ ਹੈ ਪਾਰ ਲੱਗ ਜਾਵੇਂਗਾ, ਰੋਗਾਂ ਸੋਗਾਂ ਤੋਂ ਮੁਕਤ ਹੋਵੇਂਗਾ। ਸਾਧੂ ਸੰਗਮ ਹੈ ਨਿਸਤਾਰ, ਸਾਧੂਆਂ ਦਾ ਸੰਗਮ ਹੀ ਪਾਰ ਕਰਨ ਵਾਲਾ ਹੈ। ਸਾਧੂਆਂ ਦੀ ਸੰਗਤ ਭਵਸਾਗਰ ਤੋਂ ਅੱਗੇ ਲੈ ਜਾਂਦੀ ਹੈ। ਤੋ ਕਹਿੰਦੇ the company of the holy you shall be emancipated। ਸਾਧੂਆਂ ਦੀ ਸੰਗਤ ਕਰਕੇ ਹੀ ਤੈਨੂੰ ਮੁਕਤੀ ਮਿਲਣੀ ਹੈ। ਤੋ ਅੱਗੇ ਗੁਰੂ ਸਾਹਿਬ ਕਹਿੰਦੇ ਨੇ, ਗੁਰ ਵੇਖਣ ਕਉ ਸਭ ਕੋਈ ਲੋਚੈ, ਨਵ ਖੰਡ
ਜਗਤ ਨਮਸਕਾਰਿਆ। ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਦੀ ਐਸੀ ਹਸਤੀ ਹੈ, ਉਹਨਾਂ ਦੇ ਦਰਸ਼ਨ ਕਰਨ ਲਈ ਦੇਸ਼ਾਂ ਦੇਸ਼ਾਂਤਰਾਂ ਤੋਂ ਸੰਗਤ ਆਉਂਦੀ ਸੀ। ਲੋਚੇ ਤੋਂ ਭਾਵ ਸਾਰਿਆਂ ਦੀ ਇੱਛਾ ਹੁੰਦੀ ਹੈ, ਦਰਸ਼ਨ ਕਰਨ ਦੀ ਭਾਵਨਾ ਹੁੰਦੀ ਹੈ। ਕਿਉਂ ਦਰਸ਼ਨਾਂ ਲਈ ਆਉਂਦੇ ਨੇ? ਜਾਣਦੇ ਨੇ ਨਵਾਂ ਖੰਡਾਂ ਦੇ ਵਿੱਚ ਮੁਕਤੀ ਦੇ ਦਾਤੇ ਕੇਵਲ ਗੁਰੂ ਨਾਨਕ ਨੇ। ਦੂਸਰਾ ਭਾਵ ਸਾਰੇ ਗੁਰਾਂ ਦੀ ਵਡਿਆਈ ਨੂੰ ਕਰਦੇ ਹੋਏ ਦਰਸ਼ਨ ਦਿਦਾਰਿਆਂ ਦੀ ਇੱਛਾ ਤਾਂ ਰੱਖਦੇ ਨੇ, ਨਵਾਂ ਖੰਡਾਂ ਵਿੱਚ ਜਿਹੜਾ ਵੀ ਗੁਰੂ ਦੀ ਵਡਿਆਈ ਕਰੇਗਾ ਉਹਨੂੰ ਨਮਸਕਾਰਾਂ ਹੋਣਗੀਆਂ। ਤੀਸਰਾ ਭਾਵ ਇਹ ਹੈ ਵੀ ਗੁਰਦੇਵ ਦੀ ਐਸੀ ਵਡਿਆਈ ਹੈ, 9 ਖੰਡ ਹੀ ਉਸ ਨੂੰ ਨਮਸਕਾਰ ਕਰ ਰਹੇ ਨੇ। ਖੰਡ ਬ੍ਰਹਿਮੰਡ ਉਹਦੇ ਅੱਗੇ ਝੁਕ ਰਹੇ ਨੇ। ਭਾਈ ਗੁਰਦਾਸ ਕਹਿੰਦੇ, ਉਗਵਣ ਤੇ ਆਥਵਣੋ 9 ਖੰਡ ਪ੍ਰਿਥਵੀ ਸਭਾ ਝੁਕਾਈ, ਜਗ ਅੰਦਰ ਕੁਦਰਤ ਵਰਤਾਈ। ਉਗਵਣ ਜਿੱਥੋਂ ਸੂਰਜ ਚੜ੍ਹਦਾ ਹੈ ਤੇ ਆਥਵਣੋਂ ਜਿੱਥੇ ਸੂਰਜ ਛਿਪਦਾ ਹੈ, 9 ਖੰਡਾਂ ਵਿੱਚ ਦੁਨੀਆ ਗੁਰੂ ਨਾਨਕ ਅੱਗੇ ਝੁਕਦੀ ਹੈ। ਇਹ ਕੁਦਰਤ, ਇਹ ਅਜ਼ਮਤ ਹੈ ਗੁਰੂ ਨਾਨਕ ਦੀ। ਸਭ ਗਾਉਂਦੇ ਨੇ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਤੁਧ ਆਪੇ ਆਪ ਰੱਖਿਆ ਸਤਿਗੁਰ ਵਿੱਚ, ਗੁਰ ਆਪੇ ਤੁਧ ਸਵਾਰਿਆ। ਪਰਮਾਤਮਾ ਨਮਸਕਾਰਾਂ ਗੁਰਦੇਵ ਨੂੰ ਇਸ ਲਈ ਨੇ, ਤੂੰ ਆਪ ਹੀ ਤੇ ਗੁਰੂ ਨਾਨਕ ਵਿੱਚ, ਗੁਰੂ ਰਾਮਦਾਸ ਵਿੱਚ ਪ੍ਰਗਟ ਹੈ। ਤੋ ਤੇਰੀ ਆਪਣੀ ਹੀ ਇਹ ਰਹਿਮਤ ਹੈ। ਤੂੰ ਆਪਣੇ ਵਸੇਬੇ ਲਈ ਇੱਕ ਸੋਹਣਾ ਸਰੀਰ ਸਵਾਰਨਾ ਕੀਤਾ, ਜਿਹਦਾ ਨਾਮ ਗੁਰੂ ਨਾਨਕ ਹੈ। ਫਿਰ ਆਪ ਟਿਕ ਗਿਆ। ਤੂੰ ਇੱਕ ਸੋਹਣਾ ਸਰੀਰ ਬਣਾਇਆ ਜਿਹਦਾ ਨਾਮ ਗੁਰੂ ਰਾਮਦਾਸ ਹੈ, ਫਿਰ ਉੱਥੇ ਆਪ ਟਿਕ ਗਿਆ। ਟਿਕਿਆ ਤੇ ਸਾਡੇ 'ਚ ਵੀ ਹੈ ਪ੍ਰਮਾਤਮਾ, ਸਾਡੇ ਤੇ ਕਲਾ ਨਹੀਂ, ਪਰ ਉੱਥੇ ਵਿਸ਼ੇਸ਼ ਕਰਕੇ ਕਲਾ ਲੈ ਕੇ ਟਿਕਿਆ ਹੈ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆਤ ਨੇ ਸਵਾਰਿਆ। ਜਿਹਨੇ ਦੁਨੀਆ ਸਿਰਜੀ ਉਹਨੇ ਇੱਕ ਸਰੀਰ ਸਵਾਰਿਆ ਜਿਹਦਾ ਨਾਮ ਗੁਰੂ ਰਾਮਦਾਸ ਹੈ। ਫਿਰ ਕੀ ਕੀਤਾ? ਪੂਰੀ ਹੋਈ ਕਰਾਮਾਤ, ਆਪ ਸਿਰਜਣਹਾਰ ਹੈ, ਧਾਰਿਆ ਸਮੁੱਚੀ ਕਰਾਮਾਤ ਦੇ ਸਹਿਤ ਵਿਦੌਲ ਦਾ ਸਪਿਰਚੁਅਲ ਪਾਵਰ। ਪਰਮਾਤਮਾ ਉਸ ਸਰੀਰ ਵਿੱਚ ਬਹਿ ਗਿਆ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸ ਕਾਰਿਆ। ਗੁਰੂ ਕੌਣ ਹੈ? ਕਹਿੰਦੇ ਸਿੱਖ ਸੰਗਤਾਂ ਨੇ ਪਾਰ ਬ੍ਰਹਮ ਸਮਝ ਕੇ ਨਮਸਕਾਰ ਕੀਤੀ। ਤੋ ਗੁਰੂ ਪਰਮੇਸ਼ਵਰ ਦਾ ਸਰੂਪ ਹੈ। ਤੋ ਮਹਾਰਾਜ ਤੁਸੀਂ ਆਪ ਹੀ ਉਹ ਸਰੀਰ ਸਵਾਰਿਆ ਹੈ ਅਕਾਲ ਪੁਰਖ ਆਪਣੇ ਟਿਕਣ ਦੇ ਲਈ। ਅੱਗੇ ਕਹਿੰਦੇ ਨੇ, ਤੁਧ ਆਪੇ ਆਪ ਰੱਖਿਆ ਸਤਿਗੁਰ ਵਿੱਚ, ਗੁਰ ਆਪੇ ਤੁਧ ਸਵਾਰਿਆ। ਤੂੰ ਆਪੇ ਪੂਜ ਹੈ ਪੂਜ ਕਰਾਵੈ ਹੈ, ਸਤਿਗੁਰ ਕਉ ਸਿਰਜਣ ਹਾਰਿਆ। ਇਹ ਅਕਾਲ ਪੁਰਖ, ਇਹ ਜਿੰਨੀ ਵੀ ਪੂਜਾ ਹੈ ਨਾ ਗੁਰੂ ਨਾਨਕ ਗੁਰੂ ਗ੍ਰੰਥ ਸਾਹਿਬ ਦੀ, ਗੁਰੂ ਤੇਗ ਬਹਾਦਰ ਸਾਹਿਬ ਦੀ, ਤੂੰ ਕਰਵਾ ਰਿਹਾ ਹੈ। ਤੂੰ ਹੀ ਤੇ ਸਿਰਜਿਆ ਹੈ ਗੁਰਾਂ ਨੂੰ ਆਪਣਾ ਰੂਪ ਕਰਕੇ। ਉਹ ਵਿਸ਼ੇਸ਼ ਧਿਆਨ ਦਿਓ ਜਿਹੜੇ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਪੂਜਣ ਦਾ ਵਿਸ਼ਾ ਨਹੀਂ ਹੈ, ਕੇਵਲ ਪੜ੍ਹਨ ਦਾ ਵਿਸ਼ਾ ਹੈ। ਤੋ ਪੜ੍ਹੀਆਂ ਕੇਵਲ ਕਿਤਾਬਾਂ ਹੀ ਜਾਂਦੀਆਂ ਨੇ, ਕਿਤਾਬਾਂ ਪੂਜੀਆਂ ਨਹੀਂ ਜਾਂਦੀਆਂ। ਇਹ ਸ਼ਬਦ ਹੈ, ਸ਼ਬਦ ਸੁਰਜੀਤ ਹੁੰਦਾ ਹੈ, ਸ਼ਬਦ ਜੜ ਨਹੀਂ ਹੁੰਦਾ, ਕਿਤਾਬ ਨਹੀਂ ਹੁੰਦਾ। ਤੋ ਮਹਾਰਾਜ ਕਹਿੰਦੇ ਨੇ ਜਿੰਨੀ ਪੂਜਾ ਹੈ ਗੁਰਦੇਵ ਦੀ, ਇਹ ਅਕਾਲ ਪੁਰਖ ਤੂੰ ਕਰਵਾਉਣਾ ਹੈ। ਹੁਣ ਮੰਨ ਲਓ ਤੁਸੀਂ ਟੀਚਰ ਦਾ ਅਦਬ ਹੀ ਨਹੀਂ ਕਰਦੇ, ਮੁੱਠੀ ਚਾਪੀ ਨਹੀਂ ਕਰਦੇ, ਤੁਹਾਨੂੰ ਗਿਆਨ ਥੋੜ੍ਹੀ ਦੇਵੇਗਾ। ਤੁਸੀਂ ਗੁਰੂ ਨੂੰ ਮੱਥਾ ਹੀ ਨਹੀਂ ਟੇਕਦੇ, ਅਦਬ ਨਹੀਂ ਦਿੰਦੇ, ਕਿਤਾਬ ਹੀ ਸਮਝਦੇ ਹੋ, ਤੇ ਤੁਹਾਨੂੰ ਇਹਨੇ ਗਿਆਨ ਨਹੀਂ ਦੇਣਾ। ਇਹ ਕਿਤਾਬ ਨਹੀਂ ਹੈ, ਸਤਿਗੁਰ ਜਾਗਤਾ ਹੈ ਦੇਓ, ਇਹ ਸਦਾ ਪ੍ਰਗਟ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਸ ਜੇ ਵਡੇ ਅਵਰ ਨਾ ਕੋਏ। ਤੋ ਇਹ ਜਿੰਨੀ ਪੂਜਾ ਪ੍ਰਤਿਸ਼ਠਾ ਹੈ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਦੀ, ਇਹ ਅਕਾਲ ਪੁਰਖ ਨੇ ਕਰਵਾਈ ਹੈ। ਜਦੋਂ ਕੋਈ ਆਖੇ ਨਾ ਗੁਰੂ ਪੂਜਣ ਦਾ ਵਿਸ਼ਾ ਨਹੀਂ, ਤੇ ਗੁੱਟੋਂ ਫੜ ਕੇ ਉਸ ਪ੍ਰਚਾਰਕ ਨੂੰ ਪੁੱਛਿਆ ਕਰੋ ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਲਿਖਿਆ? ਤੇ ਜੇ ਨਹੀਂ ਲਿਖਿਆ ਤੇ ਤੇਰੇ ਖਿਆਲਾਤ ਇਹਨਾਂ ਨੂੰ ਕਾਬੂ ਵਿੱਚ ਰੱਖ, ਸਾਡੇ ਗੁਰੂ ਦੀ ਤੌਹੀਨ ਨਾ ਕਰ।
ਬਾਣੀ ਵਿੱਚ ਜਗ੍ਹਾ ਜਗ੍ਹਾ ਲਿਖਿਆ ਹੈ, ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਪੂਜਾ ਪ੍ਰਤਿਸ਼ਠਾ ਬਾਰੇ ਜਿਹੜਾ ਵੀ ਗੁਰੂ ਨੂੰ ਪੂਜੇਗਾ ਦੁਨੀਆ ਉਹਦੀ ਪੂਜਾ ਕਰੇਗੀ। ਤੋ ਇਹਨੂੰ ਲਾਇਬ੍ਰੇਰੀਆਂ 'ਚ ਨਾ ਰੱਖੋ, ਇਹ ਚਵਰ ਛਤਰ ਤਖਤ ਦੇ ਮਾਲਕ ਵਜੋਂ ਹੀ ਸੋਭਦੇ ਨੇ ਗੁਰੂ ਗ੍ਰੰਥ ਸਾਹਿਬ। ਇਹੀ ਕਲਗੀਧਰ ਬਾਪੂ ਦਾ ਹੁਕਮ ਹੈ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਜਿਵੇਂ ਗੁਰੂ ਨਾਨਕ ਦੀ ਪੂਜਾ ਅਸੀਂ ਤੇ ਉਦਾਂ ਹੀ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਕਰਨੀ। ਕਿਉਂ ਕਰਨੀ? ਸਾਨੂੰ ਗੁਰੂ ਗ੍ਰੰਥ ਸਾਹਿਬ ਦਾ ਹੀ ਹੁਕਮ ਹੈ। ਤੋ ਮਹਾਰਾਜ ਕਹਿੰਦੇ ਨੇ ਤੂੰ ਆਪ ਹੀ ਪੂਜਾ ਕਰਵਾਉਣਾ ਹੈ ਗੁਰਾਂ ਦੀ, ਆਪ ਹੀ ਵਡਿਆਈ ਕਰਵਾਉਣਾ ਹੈ। ਤੁਸੀਂ ਰੋਜ਼ ਤੇ ਪੜ੍ਹਦੇ ਹੋ, ਸਤਿਗੁਰ ਕੀ ਵਡਿਆਈ ਨਿਤ ਚੜ੍ਹੈ ਸਵਾਈ, ਹਰ ਕੀਰਤ ਭਗਤ ਨਿਤ ਆਪ ਕਰਾਏ। ਅਕਾਲ ਪੁਰਖ ਆਪ ਆਪਣੇ ਸਰਗੁਣ ਸਰੂਪ ਦੀ ਵਡਿਆਈ ਕਰਾਉਂਦਾ ਤੇ ਅੱਜ ਨਾਲੋਂ ਕੱਲ ਨੂੰ ਵਧੇਗੀ, ਨਿਤ ਵੱਧਦੀ ਹੈ। ਅਨ ਦਿਨ ਨਾਮ ਜਪੋ ਗੁਰ ਸਿੱਖੋ, ਹਰ ਕਰਤਾ ਸਤਿਗੁਰ ਘਰੀ ਵਸਾਏ। ਗੁਰਦੇਵ ਦਾ ਨਾਮ ਜਪਿਆ ਕਰੋ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਗਾਇਆ ਕਰੋ, ਤੁਹਾਡੀ ਵੀ ਵਡਿਆਈ ਹੋਵੇਗੀ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਪ੍ਰਗਟ ਹੋ ਗਏ ਨਾ, 9ਵੇਂ ਗੁਰੂ ਵਜੋਂ, ਚਾਰੇ ਪਾਸੇ ਦੋਹੀ ਫਿਰ ਗਈ, ਵਡਿਆਈ ਹੋਈ। ਸੰਗਤਾਂ ਵਹੀਰਾਂ ਘੱਤ ਕੇ ਦਰਸ਼ਨਾਂ ਲਈ ਆਉਣ ਲੱਗੀਆਂ, ਮਨ ਇਛਿਤ ਫਲ ਪਾਉਣ ਲੱਗੀਆਂ। ਜਿਵੇਂ ਤੁਸੀਂ ਅੱਜ ਇੱਥੇ ਸ਼ੀਸ਼ਗੰਜ ਸਾਹਿਬ ਲੱਖਾਂ ਦੀ ਗਿਣਤੀ ਵਿੱਚ ਰੋਜ਼ ਨਤਮਸਤਕ ਹੁੰਦੇ ਹੋ। ਅੰਤ ਹੀ ਕੋਈ ਨਹੀਂ ਹੈ, ਕੋਈ ਤੁਰਿਆ ਆਉਂਦਾ ਹੈ, ਕੋਈ ਚਲਿਆ ਜਾਂਦਾ ਹੈ, ਕੋਈ ਲੰਗਰ ਛਕਦਾ ਹੈ ਤਨ ਦੀ ਖੁਰਾਕ ਲਈ, ਕੋਈ ਮਨ ਦੀ ਖੁਰਾਕ ਲਈ ਨਾਮ ਛਕਦਾ ਹੈ, ਭੋਜਨ ਕਰਦਾ ਹੈ ਨਾਮ ਦਾ। ਤੋ ਬੜੀ ਸੰਗਤ ਆਈ ਬਾਬਾ ਬਕਾਲਾ ਸਾਹਿਬ। ਬੰਸਾਵਲੀ ਨਾਮੇ ਅਨੁਸਾਰ ਕਹਿੰਦੇ ਧੀਰ ਮੱਲ ਨੇ ਪੰਜਾਬ ਦੇ ਕੋਨੇ-ਕੋਨੇ ਵਿੱਚ ਮਸੰਦ ਭੇਜੇ ਵੀ ਸੰਗਤ ਮੇਰੇ ਨਾਲ ਜੁੜੇ, ਮੈਂ ਗੁਰੂ ਹਾਂ। ਤੋ ਬੜਾ ਯਤਨ ਉਸਨੇ ਕੀਤਾ। ਵਿਸ਼ੇਸ਼ ਇੱਕ ਬੰਸਾਵਲੀ ਨਾਮੇ 'ਚ ਘਟਨਾ ਦਾ ਜ਼ਿਕਰ ਹੈ। ਕਹਿੰਦੇ ਕਾਬਲ ਦੀਆਂ ਸੰਗਤਾਂ ਵਿੱਚ 2 ਮਸੰਦ, ਭਾਈ ਚੇਤਾ ਤੇ ਭਾਈ ਗੋਂਦਾ, ਸਿੱਖੀ ਦਾ ਪ੍ਰਚਾਰ ਕਰਦੇ ਸਨ। ਬੜੇ ਮਹਿੰਗੇ ਜ਼ਰੀ ਦੇ ਸਿਰੋਂ ਪਾਓ ਧੀਰ ਮੱਲ ਨੇ ਦੀਵਾਲੀ ਦੇ ਮੌਕੇ ਇਹਨਾਂ ਮਸੰਦਾਂ ਨੂੰ ਭੇਜੇ ਵੀ ਗਰਾਈ ਕਰਕੇ ਸੰਗਤਾਂ ਨੂੰ ਲੈ ਕੇ ਮੇਰੇ ਪਾਸ ਆਓ ਬੰਦੀ ਛੋੜ ਦਿਵਸ ਤੇ। ਹੁਣ ਇਹ ਜਿਹੜੇ ਮਸੰਦ ਨੇ ਦੀਵਾਲੀ ਬਾਬਤ, ਬੰਦੀ ਛੋੜ ਦਿਵਸ ਬਾਬਤ ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਇਹਨਾਂ ਨੂੰ ਸੁਨੇਹੇ ਭੇਜੇ ਵੀ ਤੁਸੀਂ ਸੰਗਤਾਂ ਲੈ ਕੇ ਸਾਡੇ ਪਾਸ ਆਉਣਾ ਹੈ, ਸਿੱਖੀ ਦਾ ਪ੍ਰਚਾਰ ਪ੍ਰਸਾਰ ਆਪਾਂ ਪ੍ਰਫੁੱਲਤ ਕਰਨਾ ਹੈ। ਤੋ ਸਾਦੇ ਸਰੋਪੇ ਭੇਜ ਦਿੱਤੇ ਬਸਤਰ ਵਾਲੇ। ਜਿਵੇਂ ਆਪਾਂ ਵੇਖਿਆ ਨਾ ਸੇਵਾਦਾਰਾਂ ਨੂੰ ਸਰੋਪਾ ਦੇਈਦਾ ਗੁਰੂ ਘਰ, ਤੋ ਇਹ ਪ੍ਰਥਾ ਪਹਿਲਾਂ ਤੋਂ ਚੱਲਦੀ ਹੈ। ਹੁਣ ਇੱਕ ਬੰਨੇ ਜ਼ਰੀ ਦੇ ਸਰੋਪੇ ਤੇ ਇੱਕ ਬੰਨੇ ਆਮ ਸਰੋਪੇ। ਜਿਹੜਾ ਜ਼ਰੀ ਲਫ਼ਜ਼ ਹੈ ਨਾ, ਜਦੋਂ ਤੁਸੀਂ ਧਿਆਨ ਦਿਓਗੇ ਤੇ ਇਹਦਾ ਭਾਵ ਹੁੰਦਾ ਜਟਤ, ਜਿਨ੍ਹਾਂ ਦੇ ਉੱਤੇ ਬੜੇ ਸੋਹਣੇ ਸੋਹਣੇ ਡਿਜ਼ਾਈਨ ਜੜਾਓ ਕੀਤੇ ਹੋਣ। ਤੋ ਜ਼ਰੀ ਦਾ ਭਾਵ ਸੋਨਾ ਵੀ ਹੁੰਦਾ, ਸੋਨੇ ਦੀਆਂ ਤਾਰਾਂ ਦੀ ਕਢਾਈ ਵੀ ਹੁੰਦਾ। ਤੋ ਬੜੇ ਸੋਹਣੇ ਸਰੋਪੇ ਧੀਰ ਮੱਲ ਨੇ ਘੱਲੇ। ਹੁਣ ਕਾਬਲ ਦੀਆਂ ਸੰਗਤਾਂ ਵਿੱਚ ਇਹ ਮਸਲਾ ਖੜਾ ਹੋ ਗਿਆ ਵੀ ਗੁਰੂ ਕਿਹਨੂੰ ਮੰਨੀਏ, ਜਾਈਏ ਕਿਹੜੇ ਪਾਸੇ। ਸਿਰੋਂ ਪਾਓ ਤੇ ਦੋਵਾਂ ਤਰਫਾਂ ਤੋਂ ਆਏ ਨੇ, ਕਿਸ ਨੂੰ ਬਹਾਈਏ ਮੰਜੀ ਅਤੇ ਕਿਸ ਨੂੰ ਬਹਾਈਏ ਭੋਏ, ਕਿਹਨੂੰ ਤਖਤ ਦਾ ਵਾਰਸ ਮੰਨੀਏ ਤੇ ਕਿਹਨੂੰ ਭੁੰਜੇ ਬੈਠਾ ਮੰਨੀਏ। ਤੋ ਉੱਥੇ ਦਾਨੇ ਪ੍ਰਦਾਨੇ ਸਿੱਖਾਂ ਵਿਚਾਰ ਕੀਤੀ, ਗੁਰੂ ਹੈ ਭਾਰਾ, ਗੁਰੂ ਹੈ ਅਜ਼ਮਤੀ ਕਰਾਮਾਤੀ, ਉਹ ਕੌਤਕ ਵਰਤਾਵੇਗਾ। ਅਸਲ ਗੁਰਦੇਵ ਤੋਂ ਬਿਨਾਂ ਸਭ ਦੰਭ ਪਖੰਡ ਹੈ। ਤੋ ਇੱਦਾਂ ਕਰੋ, ਜ਼ਰੀ ਦੇ ਸਰੋਪਿਆਂ ਦੀ ਵੀ ਪੰਡ ਬੰਨ੍ਹ ਲਓ, ਸਾਦੇ ਸਰੋਪਿਆਂ ਦੀ ਵੀ ਪੰਡ ਬੰਨ੍ਹ ਲਓ ਤੇ ਤਕੜੀ ਰੱਖ ਲਓ। ਜਿਹਦੇ ਸਿਰੋਂ ਪਾਓ ਵਾਲਾ ਪੱਲੜਾ ਭਾਰੀ ਪੈ ਗਿਆ
ਉਹ ਗੁਰੂ ਹੈ। ਤੋ ਕੁਝ ਦਾਨੇ ਆਖਣ ਲੱਗੇ ਵੀ ਇਹ ਤੇ ਸਭ ਨੂੰ ਪਤਾ ਵੀ ਜ਼ਰੀ ਵਾਲੇ ਸਰੋਪਿਆਂ ਦਾ ਭਾਰ ਜ਼ਿਆਦਾ ਸਾਦੇ ਕੱਪੜੇ ਨਾਲੋਂ, ਤੋ ਜ਼ੋਰ ਤੇ ਉਧਰਲੇ ਪੱਖ ਵਿੱਚ ਹੀ ਜਾਵੇਗਾ, ਤੁਸੀਂ ਤੇ ਧੀਰਮਲ ਦਾ ਪੱਖ ਲੈਂਦੇ ਹੋ। ਕਹਿੰਦੇ ਨਹੀਂ, ਦੁਨਿਆਵੀ ਤੌਰ ਤੇ ਇਹ ਬਾਤ ਠੀਕ ਹੈ ਵੀ ਜ਼ਰੀ ਦਾ ਭਾਰ ਜ਼ਿਆਦਾ ਹੈ, ਉਧਰ ਵੀ ਗੁਰੂ ਤੇਗ ਬਹਾਦਰ ਪ੍ਰਗਟ ਹੋਏ ਨੇ, ਪਤਾ ਚੱਲ ਜਾਵੇਗਾ ਵੀ ਕਰਾਮਾਤ ਵਿੱਚ ਪੂਰੇ ਨੇ ਕਿ ਵਾਧੂ ਦੀਆਂ ਬਾਤਾਂ ਨੇ। ਇੱਦਾਂ ਹੀ ਕੀਤਾ, ਜ਼ਰੀ ਦੇ ਸਰੋਪਿਆਂ ਦੀ ਪੰਡ ਬੰਨ੍ਹ ਲਈ, ਆਮ ਸਰੋਪਿਆਂ ਦੀ ਪੰਡ ਬੰਨ੍ਹ ਲਈ, ਆਮ ਲਿਬਾਸ ਜਿਹੜਾ ਹੈ, ਆਮ ਬਸਤਰ ਜਿਹੜੇ ਨੇ, ਤੋ ਤਕੜੀ ਵਿੱਚ ਰੱਖ ਲਿਆ। ਅਸਚਰਜਤਾ ਵਿੱਚ ਅੱਖਾਂ ਲੈ ਗਈਆਂ, ਸਾਦੇ ਸਰੋਪਿਆਂ ਵਾਲਾ ਪਲੜਾ ਭਾਰੀ ਪੈ ਗਿਆ ਤੇ ਜ਼ਰੀ ਵਾਲੇ ਫੁੱਲਾਂ ਵਾਂਗੂ ਉੱਪਰ ਉੱਠ ਗਏ। ਕਾਬਲ ਵਿੱਚ ਜੈ ਜੈਕਾਰ ਹੋਈ ਗੁਰੂ ਤੇਗ ਬਹਾਦਰ ਦੀ। ਜ਼ਿਕਰ ਮਿਲਦਾ ਹੈ ਗੁਰੂ ਤੇਗ ਬਹਾਦਰ ਦੀ ਨੀਵੀਂ ਧੀਰ ਮਲ ਦੀ ਚੜ੍ਹ ਅਟਾਰੀ, ਮੰਸਾਵਲੀ ਨਾਮੇ ਵਿੱਚ, ਚਰਨਨਾਮਾ ਵਿੱਚ ਜ਼ਿਕਰ ਹੈ। ਤੋ ਗੁਰੂ ਤੇਗ ਬਹਾਦਰ ਦੀ ਐਸੀ ਅਜ਼ਮਤ ਚੱਲੀ। ਹੁਣ ਭੁਲੇਖਾ ਨਹੀਂ ਕਹਿੰਦੇ ਸਾਡੇ ਮਨ ਵਿੱਚ, ਗੁਰੂ ਭਾਰਾ ਹੈ, ਅਜ਼ਮਤ ਹੀ ਹੈ। ਤੇਗ ਬਹਾਦਰ ਨਾਨਕ ਸ਼ਾਹੀ ਦਾ ਵਾਰਸ ਹੈ ਕੀਤਾ, ਗੁਰੂ ਨਾਨਕ ਦੇ ਤਖਤ ਦਾ ਵਾਰਸ ਹੈ। ਇਹ ਅਕਾਲ ਪੁਰਖ ਕਰ ਪ੍ਰਗਟ ਆਖ ਸੁਣਾਇਆ, ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ, ਜਿਨ ਸੱਚੇ ਸਿਉ ਚਿਤ ਲਾਇਆ, ਜਗ ਜੀਵਨ ਦਾਤਾ ਪਾਇਆ। ਮੁਕਤੀ ਦੇ ਦਾਤੇ ਕੇਵਲ ਗੁਰੂ ਤੇਗ ਬਹਾਦਰ ਨੇ। ਤੋ ਇਹ ਦੋ ਹੀ ਫਿਰ ਗਈ। ਇਹ ਵਡਿਆਈ ਕੌਣ ਕਰਾਉਂਦਾ ਹੈ? ਗੁਰਾਂ ਦੇ ਨਿਰਗੁਣ ਸਰੂਪ ਅਕਾਲ ਪੁਰਖ ਆਪ ਇਹ ਵਡਿਆਈ ਕਰਵਾਉਂਦੇ ਨੇ, ਆਪ ਉਹਨਾਂ ਦੀ ਪੂਜਾ ਮਹਾਰਾਜ ਕਰਵਾਉਂਦੇ ਨੇ। ਤੋ ਅੱਗੇ ਗੁਰਦੇਵ ਕਹਿੰਦੇ ਨੇ, ਕੋਈ ਵਿਛੜ ਜਾਏ ਸਤਿਗੁਰੂ ਪਾਸੋਂ, ਤਿਸ ਕਾਲਾ ਮੋਹ ਜਮ ਮਾਰਿਆ। ਜਿਹੜੇ ਤੇ ਗੁਰੂ ਦੀ ਵਡਿਆਈ ਕਰਦੇ ਨੇ ਉਹ ਮੁਕਤ ਨੇ, ਤੇ ਜਿਹੜੇ ਗੁਰੂ ਦੀ ਬਦਖੋਈ ਕਰਦੇ ਨੇ, ਗੁਰੂ ਦੇ ਵਿਪਰੀਤ ਬੋਲਦੇ ਨੇ, ਗੁਰੂ ਦੀ ਨਿੰਦਾ ਕਰਦੇ ਨੇ, ਗੁਰੂ ਨਾਲੋਂ ਵਿਛੜੇ ਰਹਿੰਦੇ ਨੇ, ਕਹਿੰਦੇ ਉਹਨਾਂ ਦਾ ਮੂੰਹ ਕਾਲਾ ਕਰਦਾ ਹੈ ਜਮ। ਹੁਣ ਇੱਥੇ ਜਮ ਤੋਂ ਭਾਵ ਮੈਸੇਂਜਰ ਆਫ ਡੈਥ ਵੀ ਹੈ, ਮੌਤ ਦਾ ਦੇਵਤਾ। ਜਮ ਤੋਂ ਭਾਵ ਜੰਮਣ ਮਰਨ ਵੀ ਹੈ। ਜੰਮਣ ਮਰਨ ਵਿੱਚ ਵੀ ਉਹਨਾਂ ਦਾ ਮੂੰਹ ਕਾਲਾ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, 184 ਜੋਨ ਪਰਮਾਇਆ। ਗੁਰੂ ਤੋਂ ਛੁੱਟਿਆ ਸੰਸਾਰੀ ਜੂਨਾਂ ਵਿੱਚ ਪੈ ਗਿਆ, ਗੁਰੂ ਤੋਂ ਛੁੱਟਿਆ ਜੰਮਣ ਮਰਨ ਵਿੱਚ ਪੈ ਗਿਆ, ਗੁਰੂ ਤੋਂ ਛੁੱਟਿਆ ਇਸ ਲੋਕ ਵੀ ਮੂੰਹ ਕਾਲਾ, ਲਾਹਨਤਾਂ ਤੇ ਪਰਲੋਕ ਵੀ ਉਸ ਨੂੰ ਲਾਹਨਤਾਂ ਪੈਂਦੀਆਂ ਨੇ। ਤੋ ਮਹਾਰਾਜ ਗੁਰੂ ਗ੍ਰੰਥ ਸਾਹਿਬ ਜਗ੍ਹਾ ਜਗ੍ਹਾ ਕਹਿੰਦੇ ਨੇ, ਬਿਸਟਾ ਕੇ ਕੀੜੇ ਬਿਸਟਾ ਮਾਹੇ ਸਮਾਣੇ, ਮਨਮੁਖ ਮੁਗਧ ਗੁਬਾਰਾ। ਹਰ ਰਸ ਨਾ ਪਾਇਆ, ਬਿਰਥਾ ਜਨਮ ਗਵਾਇਆ, ਜਮਹਿ ਵਾਰੋ ਵਾਰਾ। ਨਾਮ ਦਾ ਰਸ ਨਹੀਂ ਆਇਆ, ਸੰਸਾਰ ਦਾ ਰਸ ਲਿਆ, ਸੰਸਾਰ ਤੇ ਹੀ ਰਹਿ ਗਏ। ਕੋਈ ਕੀੜਾ ਬਣ ਗਿਆ, ਕੋਈ ਮਕੌੜਾ ਬਣ ਗਿਆ। ਤੋ ਇਉਂ ਜਮ ਉਹਨਾਂ ਦਾ ਮੂੰਹ ਕਾਲਾ ਕਰਦਾ ਹੈ। ਅੱਗੇ ਆਖਣ ਲੱਗੇ ਗੁਰਦੇਵ, ਤਿਸ ਅੱਗੇ ਪਿਛੈ ਢੋਈ ਨਾਹੀ, ਗੁਰ ਸਿੱਖੀ ਮਨ ਵਿਚਾਰਿਆ। ਗੁਰਸਿੱਖਾਂ ਇਹ ਵਿਚਾਰ ਕੀਤੀ ਹੈ, ਨਾ ਤੇ ਪਿੱਛੇ ਹੀ ਉਹਨਾਂ ਦਾ ਕੁਝ ਸੌਰਿਆ, ਨਾ ਅੱਜ ਹੀ ਸੌਰੇਗਾ, ਤੇ ਨਾ ਉਹਨਾਂ ਨੂੰ ਪਰਲੋਕ ਵਿੱਚ ਹੀ ਢੋਈ ਹੈ। ਢੋਈ ਲਫ਼ਜ਼ ਓਟ ਲਈ ਆਉਂਦਾ, ਪਨਾਹ ਦੇ ਲਈ। ਨਾ ਸੱਚਖੰਡ ਹੀ ਜਗ੍ਹਾ ਮਿਲੇਗੀ। ਮਨਮੁਖ ਅੰਧ ਐਸੇ ਕਰਮ ਕਮਾਏ। ਮਨਮੁਖਾਂ ਕਾਮੀ ਇਹਨੇ ਪੁੱਠੇ ਕੀਤੇ ਨੇ। ਹਲਤ ਨਾ ਸੋਭਾ ਪਲਤ ਨਾ ਢੋਈ, ਬਿਰਥਾ ਜਨਮ ਗਵਾਵਣਿਆ। ਇੱਥੇ ਵੀ ਸੋਭਾ ਨਾ ਹੋਈ ਤੇ ਪਰਲੋਕ ਦੇ ਵਿੱਚ ਵੀ ਉਹਨਾਂ ਦੀ ਸੋਭਾ ਨਾ ਹੋਈ, ਪਲਤ ਵੀ ਉਹਨਾਂ ਨੂੰ ਢੋਈ ਨਾ ਮਿਲੀ, ਪਨਾਹ ਨਾ ਮਿਲੀ। ਦੁਨੀਆ ਤੇ ਹੀ ਸੁੱਟ ਤੇ 84 ਲੱਖ ਜੂਨਾਂ ਦੇ ਵਿੱਚ। ਤੋ ਅੱਗੇ ਮਹਾਰਾਜ ਕਹਿੰਦੇ ਨੇ, ਸਤਿਗੁਰ ਨੂੰ ਮਿਲੇ ਸਹੀ ਜਨ ਉਬਰੇ, ਜਿਨ ਹਿਰਦੈ ਨਾਮ ਸਮਾਰਿਆ। ਜਿਹੜੇ ਸੱਚੇ ਸਤਿਗੁਰੂ ਗੁਰੂ ਨਾਨਕ ਦੇਵ, ਗੁਰੂ ਤੇਗ ਬਹਾਦਰ ਸਾਹਿਬ ਨੂੰ ਮਿਲੇ ਨੇ,
ਉਹੀ ਜਨ ਉਭਰੇ ਨੇ। ਉਭਰੇ ਦਾ ਭਾਵ ਹੈ ਉੱਪਰ ਉੱਠੇ, ਦੁੱਖਾਂ ਦੇ ਹਾਲਾਤਾਂ ਚੋਂ ਵੀ ਉੱਪਰ ਉੱਠੇ, ਰੋਗਾਂ ਤੋਂ ਵੀ ਉੱਪਰ ਉੱਠ ਗਏ, ਡਿਪਰੈਸ਼ਨ ਸੋਗ ਤੋਂ ਵੀ ਉੱਪਰ ਉੱਠ ਗਏ। ਬੁਰੀ ਦਸ਼ਾ ਸੀ ਜੀਵਨ ਦੇ ਵਿੱਚ, ਬੁਰੀ ਹਾਲਤ ਸੀ, ਦਲਿੱਦਰ ਦੇ ਵਿੱਚ, ਗਰੀਬੀ ਦੇ ਵਿੱਚ, ਨਿਰਧਨਤਾ ਤੋਂ ਵੀ ਉੱਪਰ ਉੱਠ ਗਏ। ਜਿਹੜੇ ਗੁਰੂ ਨਾਨਕ ਨੂੰ ਧਿਆਉਂਦੇ ਨੇ, ਸਤਿਗੁਰ ਸੇਵਹਿ ਤਾਂ ਉਭਰਹਿ, ਸੱਚ ਰਖਹਿ ਉਰ ਧਾਰ, ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਸਤਿਗੁਰ ਮੇਰਾ ਸਰਬ ਪ੍ਰਤਪਾਲੈ, ਸਤਿਗੁਰ ਮੇਰਾ ਮਾਰ ਜਵਾਲੈ। ਗੁਰੂ ਵਰਗਾ ਕੋਈ ਦੇਵ ਨਹੀਂ ਹੈ। ਦੇਰ ਇਜ਼ ਨੋ ਡਿਟੀ ਇਕੁਅਲ ਟੂ ਦਾ ਗੁਰੂ, ਦੇਰ ਇਜ਼ ਨੋ ਡੈਮੀਗੋਡ ਇਕੁਅਲ ਟੂ ਦਾ ਗੁਰੂ। ਗੁਰੂ ਹੀ ਪਾਰ ਉਤਾਰਾ ਕਰਨ ਵਾਲੇ ਨੇ। ਗੁਰੂ ਦੇ ਦਰ ਦਾ ਝਾੜੂ ਬਰਦਾਰ ਬਣ, ਸੇਵਾ ਕਰਿਆ ਕਰ। ਇੱਕ ਸ਼ਾਇਰ ਕਹਿੰਦਾ ਹੈ, ਹਜ਼ਾਰ ਮਰਤਬਾ ਬਿਹਤਰ ਹੈ ਬਾਦਸ਼ਾਹੀ ਸੇ, ਅਗਰ ਨਾਸੀਬ ਤੇਰੇ ਕੂਚੇ ਕੀ ਗਦਾਈ ਹੋ। ਮੈਨੂੰ ਬਾਦਸ਼ਾਹਤ ਵੀ ਮਿਲੇ ਤੇ ਲੱਤ ਮਾਰ ਦੇਵਾਂ, ਤੇ ਦੂਸਰੀ ਤਰਫ ਤੇਰੇ ਦਰ ਦਾ ਝਾੜੂ ਬਰਦਾਰ ਵੀ ਬਣਨਾ ਨਸੀਬ ਹੋਵੇ ਤੇ ਸਿਰ ਝੁਕਾ ਦੇਵਾਂ। ਕਿਉਂਕਿ ਇੱਥੇ ਤਖਤਾਂ ਦੇ ਵਾਰਸ ਮਿਟ ਗਏ, ਤੇਰੇ ਦਰ ਦੇ ਝਾੜੂ ਬਰਦਾਰ ਸਰੀਰ ਕਰਕੇ ਹੀ ਮਿਟੇ ਨੇ, ਨਾਮ ਅਮਰ ਹੋ ਜਾਂਦਾ ਹੈ। ਬਾਬਾ ਮਰਦਾਨਾ ਅਮਰ ਨੇ, ਰੰਗਰੇਟਾ ਗੁਰੂ ਕਾ ਬੇਟਾ ਬਾਬਾ ਜੀਵਨ ਸਿੰਘ ਅਮਰ ਨੇ, ਭਾਈ ਦਇਆ ਸਿੰਘ ਪੰਜਾਂ ਪਿਆਰਿਆਂ ਦੇ ਸਿਰਮੌਰ ਅਮਰ ਨੇ, ਬਾਬਾ ਬਿਧੀ ਚੰਦ ਅਮਰ ਨੇ, ਬਾਬਾ ਜੇਠਾ ਜੀ ਅਮਰ ਨੇ, ਬਾਬਾ ਬੁੱਢਾ ਸਾਹਿਬ ਸ਼੍ਰੋਮਣੀ ਸਿੱਖ ਅਮਰ ਨੇ। ਕਾਹਦੇ ਲਈ ਅਮਰਾ ਪਦਵੀ ਹੈ? ਗੁਰੂ ਨਾਨਕ ਦੇ, ਗੁਰੂ ਗੋਬਿੰਦ ਸਿੰਘ ਦੇ, ਦਸੋ ਪਾਤਸ਼ਾਹੀਆਂ ਦੇ ਦਰ ਦੇ ਝਾੜੂ ਬਰਦਾਰ ਨੇ। ਤੋ ਇਹ ਪਾਤਸ਼ਾਹ ਤੁਸੀਂ ਹੀ ਕਿਰਪਾ ਕਰਨ ਵਾਲੇ ਹੋ। ਉਧਾਰ ਹੀ ਉਹਨਾਂ ਦਾ ਜਿਹੜੇ ਤੁਹਾਡੀ ਸ਼ਰਨ ਆ ਕੇ ਨਾਮ ਸਿਮਰਦੇ ਨੇ। ਤੋ ਮਹਾਰਾਜ ਅੱਗੇ ਕਹਿੰਦੇ ਨੇ, ਜਨ ਨਾਨਕ ਕੇ ਗੁਰ ਸਿੱਖ ਪੁੱਤ ਹੋ, ਹਰ ਜਪੇ ਹੋ ਹਰ ਨਿਸਤਾਰਿਆ। ਤੋ ਗੁਰਦੇਵ ਆਖਣ ਲੱਗੇ, ਐ ਮੇਰੇ ਸਿੱਖੋ, ਪੁੱਤ ਹੋ, ਮੇਰੇ ਪੁੱਤਰੋ, ਮੇਰੇ ਪਿਆਰੇ ਮੁਰੀਦੋ, ਸਿੱਖ ਸੇਵਕੋ, ਮੇਰੇ ਨਿਰਗੁਣ ਸਰੂਪ ਪਰਮਾਤਮਾ ਦਾ ਨਾਮ ਜਪੇ ਹੋ, ਜਪੋ, ਜਪਿਆ ਕਰੋ। ਇਹ ਆਪਣੇ ਗਲੂਏ ਮੁਬਾਰਕ ਤੋਂ ਉਹਦੇ ਗੀਤ ਗਾਇਆ ਕਰੋ। ਤੋ ਮਹਾਰਾਜ ਆਖਣ ਲੱਗੇ, ਜਨ ਨਾਨਕ ਕੇ ਗੁਰ ਸਿੱਖ ਪੁੱਤ ਹੋ, ਹਰ ਜਪੇ ਹੋ ਹਰ ਨਿਸਤਾਰਿਆ। ਫਲ ਕੀ ਮਿਲੇਗਾ? ਤੁਹਾਨੂੰ ਭਵ ਸਾਗਰ ਤੋਂ ਪਰਮੇਸ਼ਵਰ ਪਾਰ ਲਾ ਦੇਵੇਗਾ, ਰੋਗਾਂ ਸੋਗਾਂ ਤੋਂ ਪਾਰ ਲੈ ਜਾਵੇਗਾ। ਤੁਸੀਂ ਸਤ ਸੰਗਤ ਵਿੱਚ ਟਿਕਿਆ ਕਰੋ। ਹਰ ਜਸ ਸੰਤ ਭਗਤ ਨਿਸਤਾਰਿਆ, ਪ੍ਰਭ ਪਾਏ ਹਮ ਅਵਰ ਨਾ ਭਾਰਿਆ। ਭਾਰ ਬੜਾ ਹੈ ਪਾਪਾਂ ਦਾ, ਸੰਸਾਰ ਸਾਗਰ ਵਿੱਚ ਡੁੱਬਾਂਗੇ। ਤੋ ਸਾਡਾ ਹਰ ਤਰ੍ਹਾਂ ਦਾ ਭਾਰ ਲਾ ਦਿੰਦਾ ਹੈ ਨਾਮ। ਨਾਮ ਦੀ ਅਗਨੀ ਹਰ ਤਰ੍ਹਾਂ ਦਾ ਵਿਕਾਰ ਸਾੜ ਦਿੰਦੀ ਹੈ। ਤੋ ਕਹਿੰਦੇ ਨਾਮ ਜਪਿਆ ਕਰੋ। ਅੱਗੇ ਗੁਰੂ ਸਾਹਿਬ ਆਖਣ ਲੱਗੇ, ਮਹੱਲਾ ਤੀਜਾ, ਹਉਮੈ ਜਗਤ ਭੁਲਾਇਆ, ਦੁਰਮਤ ਵਿਖਿਆ ਵਿਕਾਰ। ਇਹ ਜਿਹੜਾ ਜਗਤ ਹੈ ਨਾ, ਹੰਕਾਰ ਦੇ ਵਿੱਚ ਭੁੱਲਿਆ ਹੈ ਵੀ ਮੈਂ ਹੀ ਕਰਤਾ ਹਾਂ, ਪਰ ਪੱਲੇ ਕੁਝ ਨਹੀਂ ਹੈ। ਇਹ ਗੁਰੂ ਤੋਂ ਦੂਰ ਜਾਣ ਵਾਲੀ ਮੱਤ ਹੈ। ਗੁਰੂ ਤੋਂ ਦੂਰ ਹੋਇਆ ਵਿਖਿਆ ਵਿਕਾਰਾਂ ਵਿੱਚ ਬੰਦਾ ਪੈ ਜਾਂਦਾ ਹੈ। ਖੋਟੀ ਬੁੱਧੀ ਵਾਲਾ ਬੰਦਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਸ਼ਬਦ ਸਪਰਸ਼ ਰੂਪ ਰਸ ਗੰਧ ਵਿੱਚ ਗਲਤਾਨ ਹੋ ਜਾਂਦਾ ਹੈ। ਤੋ ਇਹ ਵਿਕਾਰ ਜੀਵਨ ਵਿੱਚ ਰੋਗ ਸੋਗ ਪੈਦਾ ਕਰ ਦਿੰਦੇ ਨੇ। ਕਹਿੰਦੇ ਹੰਕਾਰ ਛੱਡ, ਜੇ ਹੰਕਾਰ ਛੱਡੇਗਾ ਫਿਰ ਹੀ ਨਿਰੰਕਾਰ ਮਿਲੇਗਾ। ਮਨ ਦੇ ਭਾਂਡੇ ਵਿੱਚ ਹੰਕਾਰ ਹੀ ਇੰਨਾ ਹੈ, ਨਿਰੰਕਾਰ ਕਿੱਥੇ ਟਿਕੇ। ਇੱਕ ਸ਼ਾਇਰ ਕਹਿੰਦਾ ਹੈ, ਜ਼ਬੀਨੇ ਸਿਜਦਾ में को नैन की वासूअत समा जाए, अगर आज़ाद हो कैदे खुदी से बंदगी अपनी। जे साडी बंदगी अहंकार तो
ਆਜ਼ਾਦ ਹੈ ਨਾ। ਕਰਮ ਧਰਮ ਦਾ ਅਸੀਂ ਹੰਕਾਰ ਨਹੀਂ ਕਰਦੇ ਤਾਂ ਲੋਕ ਪਰਲੋਕ ਦੇ ਸੁੱਖ ਸਾਨੂੰ ਮਿਲ ਸਕਦੇ ਨੇ। ਜੇ ਹਉਮੈ ਹੈ ਤੇ ਕਹਿੰਦੇ ਹਉਮੈ ਸਭਾ ਗਣਤ ਹੈ, ਗਣਤੇ ਨੌ ਸੁਖ ਨਾਹੇ, ਬਿਖ ਕੀ ਕਾਰ ਕਮਾਵਣੀ ਬਿਖ ਹੀ ਮਾਹੇ ਸਮਾਹੇ। ਹੰਕਾਰੀ ਬੰਦਾ ਨਿਰੰਕਾਰ ਤੋਂ ਦੂਰ ਹੈ, ਵਿਕਾਰਾਂ ਵਿੱਚ ਗਲਤਾਨ ਹੋ ਜਾਂਦਾ ਹੈ ਔਰ 84 ਲੱਖ ਜੂਨਾਂ ਵਿੱਚ ਟਿਕਿਆ ਰਹਿੰਦਾ। ਬਿਨ ਨਾਵੈ ਠੌਰ ਨਾ ਪਾਇਨੀ, ਜੰਪੁਰ ਦੁਖ ਸਹਾਹੇ, ਜਮਾਂ ਦੀ ਪੁਰੀ ਦੁੱਖ ਸਹਿੰਦਾ ਹੈ। ਤੋ ਨਾਮ ਜਪਣਾ ਮਹਾਰਾਜ ਕਹਿੰਦੇ ਜ਼ਰੂਰੀ ਹੈ। ਯੂ ਵਿਲ ਸਫਰ ਐਗੋਨੀ, ਤਕਲੀਫ ਸਵੇਂਗਾ ਜਮਾਂ ਦੇ ਕੋਲ ਜੇ ਰੱਬ ਦੇ ਗੀਤ ਨਹੀਂ ਗਾਵੇਂਗਾ। ਤੋ ਅੱਗੇ ਮਹਾਰਾਜ ਕਹਿੰਦੇ ਨੇ ਸਤਿਗੁਰ ਮਿਲੈ ਤਾਂ ਨਦਰ ਹੋਏ, ਮਨਮੁਖ ਅੰਧਿਆਰ ਐ ਮਨਮੁਖ। ਗੁਰੂ ਨਾਨਕ ਦੇ ਪਾਤਸ਼ਾਹ ਦੇ ਪਾਸ ਜਾ, ਗੁਰੂ ਹਰਿਕ੍ਰਿਸ਼ਨ ਗੁਰੂ ਤੇਗ ਬਹਾਦਰ ਕੋਲ ਜਾ, ਉਹਨਾਂ ਦੀ ਨਜ਼ਰ ਤੇਰੇ ਤੇ ਸਵੱਲੀ ਹੋਵੇ। ਅਰਬੀ ਦਾ ਲਫ਼ਜ਼ ਹੈ ਨਜ਼ਰ, ਕਿਰਪਾ ਦ੍ਰਿਸ਼ਟੀ ਨੂੰ ਕਹਿੰਦੇ ਨੇ। ਤੋ ਤੇਰੇ ਜੀਵਨ 'ਚ ਜਿਹੜਾ ਅੰਧਿਆਰਾ ਹੈ ਨਾ, ਵਿਕਾਰਾਂ ਦਾ, ਰੋਗਾਂ ਸੋਗਾਂ ਦਾ, ਅਗਿਆਨ ਦਾ, ਮਿਟੇਗਾ। ਤੁਸੀਂ ਰੋਜ਼ ਤੇ ਪੜ੍ਹਦੇ ਹੋ ਲੱਖ ਖੁਸ਼ੀਆ ਪਾਤ ਸਾਹੀਆ, ਜੇ ਸਤਿਗੁਰ ਨਦਰ ਕਰੇ, ਨਿਮਖ ਏਕ ਹਰ ਨਾਮ ਦੇ, ਮੇਰਾ ਮਨ ਤਨ ਸੀਤਲ ਹੋਏ। ਦੋ ਹੀ ਤੇ ਮਸਲੇ ਨੇ, ਤਨ ਰੋਗੀ ਹੈ ਤੇ ਮਨ ਸੋਗੀ ਹੈ। ਮਨ ਨੂੰ ਡਿਪਰੈਸ਼ਨ ਹੈ, ਚਿੰਤਾਵਾਂ। ਇਹ ਠੰਡੇ ਕਿਵੇਂ ਹੋਣ? ਕਹਿੰਦੇ ਨਾਮ ਜਪ। ਨਾਮ ਦੀ ਵਰਖਾ ਰੋਗਾਂ ਦੀ ਅੱਗ ਵੀ ਬੁਝਾ ਦਿੰਦੀ ਹੈ, ਫਿਰ ਤਨ ਸੀਤਲ। ਡਿਪਰੈਸ਼ਨ ਚਿੰਤਾ ਵੀ ਮਿਟਾ ਦਿੰਦੀ ਹੈ, ਫਿਰ ਮਨ ਸੀਤਲ। ਤੋ ਇਹ ਗੁਰੂ ਹੀ ਕਿਰਪਾ ਕਰਦਾ ਹੈ। ਮਹਾਰਾਜ ਅੱਗੇ ਕਹਿੰਦੇ ਨੇ ਨਾਨਕ ਆਪੇ ਮੇਲ ਲਏ, ਜਿਸ ਨੂੰ ਸ਼ਬਦ ਲਾਏ ਪਿਆਰ। ਮਨਮੁਖਾਂ ਤੇ ਵੀ ਕਿਰਪਾ ਕਰਕੇ ਨਾ ਸ਼ਬਦ ਦਾ ਪ੍ਰੇਮ ਉਹਨਾਂ ਦੇ ਜ਼ਿਹਨ ਵਿੱਚ ਟਿਕਾ ਕੇ ਆਪਣੇ ਨਾਲ ਮਿਲਾ ਲੈਂਦਾ ਹੈ। ਪਰਮਾਤਮਾ ਬਖਸ਼ਿੰਦ ਵੀ ਹੈ ਜੇ ਮਨਮੁਖ ਸ਼ਰਨ ਆਉਣ। ਮਹਾਰਾਜ ਕਹਿੰਦੇ ਤ੍ਰਿਭਵਨ ਖੋਜ ਢੰਡੋਲਿਆ, ਗੁਰਮੁਖ ਖੋਜ ਨਿਹਾਲ। ਸਤਿਗੁਰ ਮੇਲ ਮਿਲਾਇਆ, ਨਾਨਕ ਸੋ ਪ੍ਰਭ ਨਾਲ। ਗੁਰੂ ਚਰਨਾਂ ਵਿੱਚ ਜਗ੍ਹਾ ਦੇ ਕੇ ਨਿਹਾਲ ਕਰਦੇ ਨੇ। ਨਿਹਾਲ ਫਾਰਸੀ ਦਾ ਲਫ਼ਜ਼ ਹੈ, ਮੁਰਾਦਬੰਦ, ਭਾਵ ਹਰ ਮੁਰਾਦ ਪੂਰੀ ਕਰਦੇ ਨੇ ਗੁਰੂ ਸਾਹਿਬ ਕਿਰਪਾ ਕਰਕੇ। ਪੌੜੀ ਸੱਚ ਸੱਚੇ ਕੀ ਸਿਫਤ ਸਲਾਹਾ ਹੈ, ਸੋ ਕਰੇ ਜਿਸ ਅੰਦਰ ਭਿੱਜੈ। ਦੇਖੋ ਪਰਮਾਤਮਾ ਦੀ ਜਿਹੜੀ ਸਿਫਤ ਕਰਨੀ ਹੈ ਨਾ, ਸਲਾਹ ਕਰਨੀ ਹੈ। ਲੱਖ ਮੈਂ ਤੁਹਾਨੂੰ ਆਖਾਂ ਨਾਮ ਜਪੋ, ਓਨਾ ਚਿਰ ਨਹੀਂ ਜਪੋਗੇ ਜਿੰਨਾ ਚਿਰ ਅੰਦਰੋਂ ਪ੍ਰੇਮ ਨਹੀਂ ਪੈਦਾ ਹੁੰਦਾ। ਕਿਉਂਕਿ ਜਿਹਦੇ ਪ੍ਰੇਮ ਵਿੱਚ ਅੰਦਰ ਭਿੱਜਦਾ ਹੈ ਨਾ, ਤੋ ਗੀਤ ਉਹਦੇ ਹੀ ਗਾਈਦੇ ਨੇ। ਪੈਸੇ ਨਾਲ ਬੜਾ ਲਗਾ ਹੈ, ਅੰਦਰੋਂ ਪੈਸਾ ਪੈਸਾ ਕਰੀਦਾ। ਕਾਮੀ ਬੰਦੇ ਨੂੰ ਕਾਮਣੀ ਨਾਲ ਬੜਾ ਪਿਆਰ ਹੈ, ਉਹ ਜਗ੍ਹਾ ਜਗ੍ਹਾ ਦਰ ਦਰ ਇਸਤਰੀ ਪਿੱਛੇ ਭਟਕੇਗਾ। ਇੱਦਾਂ ਹੀ ਗੈਰ ਇਸਤਰੀਆਂ ਦੇ ਪਿੱਛੇ ਲੱਗੇਗਾ ਤੇ ਇਸਤਰੀਆਂ ਗੈਰ ਮਰਦਾਂ ਦੇ ਪਿੱਛੇ ਦੌੜਨਗੀਆਂ। ਵਾਸ਼ਨਾ ਹੈ ਜਿਹਦੇ ਅੰਦਰ, ਚਸਕਾ ਹੈ ਨਾ, ਕਿਸੇ ਨੂੰ ਰੁਤਬੇ ਦਾ ਚਸਕਾ, ਲਿਲਕੜੀਆਂ ਕੱਢੇਗਾ। ਕੁਰਸੀ ਮਿਲ ਜਾਵੇ, ਪੰਥ ਢੱਠੇ ਖੂਚ ਜਾਵੇ। ਤੋ ਇਹ ਜਿਹਦੇ ਅੰਦਰ ਜੈਸਾ ਰਸ ਹੈ, ਤੋ ਉੱਥੇ ਹੀ ਸਮਾਂ ਦਿੱਤਾ ਜਾਂਦਾ ਹੈ। ਤੋ ਮਹਾਰਾਜ ਕਹਿੰਦੇ ਨੇ ਪਰਮਾਤਮਾ ਨਾਲ ਪਿਆਰ ਅੰਦਰੋਂ ਹੋਵੇ ਤੇ ਫੇਰ ਹੀ ਸਿਫਤ ਹੋਵੇਗੀ, ਫੇਰ ਹੀ ਜਪਜੀ ਜਾਪ ਪੜ੍ਹਨ ਲੱਗਿਆ ਮਨ ਲੱਗੇਗਾ। ਸਿਫਤ ਲਫ਼ਜ਼ ਵੀ ਅਰਬੀ ਦਾ ਹੈ, ਫੇਰ ਹੀ ਵਡਿਆਈ ਹੋਵੇਗੀ। ਸਲਾਹ ਲਫ਼ਜ਼ ਵੀ ਅਰਬੀ ਦਾ ਹੈ, ਤਾਰੀਫ, ਫੇਰ ਹੀ ਉਹਦੀ ਜੈ ਜੈਕਾਰ ਕਰਾਂਗੇ। ਤੋ ਇੱਥੇ ਮਹਾਰਾਜ ਕਹਿੰਦੇ ਨੇ ਐ ਪਰਮੇਸ਼ਵਰ ਦੇ ਪਿਆਰਿਓ, ਤੁਹਾਨੂੰ ਉਹ ਪਿਆਰ ਕਰਦਾ ਹੈ, ਤੁਸੀਂ ਵੀ ਉਹਦੇ ਨਾਲ ਪਿਆਰ ਕਰੋ, ਫਿਰ ਉਹਦੇ ਗੀਤ ਗਾਓ, ਤੋ ਫਿਰ ਤੁਹਾਨੂੰ ਪ੍ਰਾਪਤੀ ਹੋਵੇਗੀ। ਰਸਨਾ ਹਰ ਰਸ ਪੀਜੈ, ਅੰਤਰ ਭੀਜੈ, ਸਾਚ ਸ਼ਬਦ ਵਿਚਾਰੀ। ਰਸਨਾ, ਤੂੰ ਰੱਬ ਦੇ ਗੀਤ ਗਾ। ਐ ਮਨ, ਤੂੰ ਉਹਦੇ ਪ੍ਰੇਮ ਰਸ ਵਿੱਚ ਭਿੱਜ ਜਾ, ਸ਼ਬਦ ਦੀ ਵਿਚਾਰ ਕਰ। ਕਹਿੰਦੇ ਅੰਤਰ ਖੂਹਟਾ, ਅੰਮ੍ਰਿਤ ਭਰਿਆ ਸ਼ਬਦੇ ਕਾੜ ਪੀਏ ਪਨਿਹਾਰੀ। ਅੰਦਰ ਅੰਮ੍ਰਿਤ ਦਾ ਕੁੰਡ ਹੈ, ਤੋ ਜੇ ਪ੍ਰਗਟ ਕਰਨਾ ਹੈ ਤੇ ਜ਼ੁਬਾਨ ਨਾਲ ਗੀਤ ਗਾ। ਜਿਵੇਂ ਨਲਕੇ 'ਚ ਬਾਹਰੋਂ ਪਾਣੀ ਪਾਈਏ ਤੇ ਅੰਦਰੋਂ ਨਿਕਲਦਾ ਹੈ ਨਾ,
ਜਦੋਂ ਨਲਕਾ ਚਲਾਉਨੇ ਆ। ਤੋ ਇਉਂ ਕਹਿੰਦੇ ਨਾਮ ਜਪ ਜ਼ੁਬਾਨ ਨਾਲ, ਫਿਰ ਅੰਦਰ ਦਾ ਅੰਮ੍ਰਿਤ ਪੈਦਾ ਹੋ ਜਾਵੇ। ਅੱਗੇ ਪਾਤਸ਼ਾਹ ਆਖਣ ਲੱਗੇ, ਜਿਨੀ ਇੱਕ ਮਨ ਇੱਕ ਅਰਾਧਿਆ, ਤਿਨਕਾ ਕੰਧ ਨਾ ਕਬਹੂ ਸਿਜੈ। ਮਹਾਰਾਜ ਕਹਿੰਦੇ ਨੇ, ਆਏ ਮਨੁੱਖ ਇਕਾਗਰ ਹੋ। ਜਿਵੇਂ ਪੈਸੇ ਵਿੱਚ ਲਿਵ ਲਾਉਣਾ ਹੈ, ਨਾਮ ਵਿੱਚ ਲਿਵ ਲਾ। ਪਰਿਵਾਰ ਵਿੱਚ ਲਿਵ ਲਾਉਣਾ ਹੈ, ਨਿਰੰਕਾਰ ਵਿੱਚ ਲਿਵ ਲਾ। ਅਰਾਧ ਪਰਮਾਤਮਾ ਨੂੰ। ਮਹਾਰਾਜ ਕੀ ਮਿਲੇਗਾ ਫਿਰ ਸਾਨੂੰ? ਤੋ ਆਖਣ ਲੱਗੇ, ਤੇਰਾ ਜਿਹੜਾ ਕੰਧ ਹੈ ਨਾ, ਮੋਢਾ ਹੈ, ਝੁਕੇਗਾ ਨਹੀਂ। ਭਾਵ ਤੂੰ ਕਿਧਰੇ ਵੀ ਨਿਸਫਲ ਨਹੀਂ ਹੋਵੇਂਗਾ। ਦੂਸਰਾ ਪੱਖ ਹੈ, ਕੰਧ ਨਾ ਕਬਹੂ ਸਿਜੈ, ਤੇਰਾ ਸਰੀਰ ਵਿਕਾਰਾਂ ਵਿੱਚ ਖਚਿਤ ਨਹੀਂ ਹੋਵੇਗਾ। ਤੇਰਾ ਸਰੀਰ ਰੋਗਾਂ ਵਿੱਚ ਖਚਿਤ ਨਹੀਂ ਹੋਵੇਗਾ। ਤੂੰ ਨਿਸਫਲ ਨਹੀਂ ਹੋਵੇਂਗਾ ਦੁਨੀਆ ਤੇ। ਤੋ ਮਹਾਰਾਜ ਕਹਿੰਦੇ, ਹਰੀ ਦੇ ਗੁਣ ਗਾਇਆ ਕਰ। ਬਾਣੀ ਕਹਿੰਦੀ ਹੈ, ਦੁੱਖ ਮਹੁਰਾ ਮਾਰਨ ਹਰ ਨਾਮ। ਦੁੱਖ ਜਿਹੜਾ ਹੈ ਨਾ, ਉਹ ਜ਼ਹਿਰ ਵਾਤਾ ਹੈ। ਤੋ ਪਰਮਾਤਮਾ ਦਾ ਜਿਹੜਾ ਨਾਮ ਹੈ, ਉਹ ਇਸ ਰੋਗ ਦੀ ਦਵਾਈ ਹੈ, ਮੈਡੀਸਨ ਹੈ। ਸਰਬ ਰੋਗ ਕਾ ਔਖਦ ਨਾਮ। ਤੋ ਕਹਿੰਦੇ, ਦੁੱਖ ਰੂਪੀ ਮਹੁਰਾ ਸੰਖੀਆ ਜ਼ਹਿਰ ਮਿਟਾਉਣ ਦੇ ਲਈ ਨਾਮ ਦੀ ਦਵਾਈ ਹੀ ਕਾਰਗਰ ਸਾਬਤ ਹੁੰਦੀ ਹੈ। ਤੋ ਕਹਿੰਦੇ ਨੇ, ਨਿਤ ਨਿਤ ਲੇਹੋ ਨਾ ਸ਼ੀਜੈ ਦੇਹੇ। ਤੇ ਜੇ ਰੋਜ਼ ਨਾਮ ਜਪੇਗਾ, ਵਿਕਾਰਾਂ ਤੋਂ ਬਚੇਗਾ, ਰੋਗਾਂ ਸੋਗਾਂ ਤੋਂ ਬਚੇਗਾ। ਇਹ ਜਿਹੜਾ ਸਰੀਰ ਹੈ, ਸਿਜੇਗਾ ਨਹੀਂ। ਇਹ ਜਿਹੜਾ ਸਰੀਰ ਹੈ, ਨਿਸਫਲ ਨਹੀਂ ਹੋਵੇਗਾ। ਧੰਨ ਧੰਨ ਪੁਰਖ ਸਾਬਾਸ ਹੈ, ਜਿਨ ਸੱਚ ਰਸਨਾ ਅੰਮ੍ਰਿਤ ਪਿਜੈ। ਤੇ ਦੂਸਰਾ ਫਾਇਦਾ ਨਾਮ ਜਪਣ ਦਾ ਇਹ, ਤੇਰੀ ਦੁਨੀਆ ਤੇ ਧਨ ਧਨ ਹੋਵੇਗੀ। ਜਿਹੜਾ ਨਾਮ ਜਪਦਾ ਸਾਧੂ ਲੋਕ ਦੇਖੋ ਕਿੰਨੀ ਵਡਿਆਈ ਕਰਦੇ ਨੇ। ਲੋਕ ਸ਼ਾਬਾਸ਼ ਆਖਣਗੇ। ਇੱਥੇ ਇਹ ਲਫ਼ਜ਼ ਜਿਹੜਾ ਸ਼ਾਬਾਸ਼ ਹੈ ਨਾ, ਇਹ ਵਰਤਿਆ ਗਿਆ ਹੈ ਫਾਰਸੀ ਵਿੱਚੋਂ। ਹੁਣ ਸ਼ਾਬਾਸ਼ ਦਾ ਭਾਵ ਹੁੰਦਾ ਹੈ ਖੁਸ਼ੀ, ਜੈ ਜੈਕਾਰ। ਇੱਕ ਲਫ਼ਜ਼ ਹੈ ਸਾਦਬਾਜ਼ ਫਾਰਸੀ ਦਾ। ਇਹਦਾ ਸੰਕੇਪ ਛੋਟਾ ਰੂਪ ਹੈ ਸ਼ਾਬਾਸ਼। ਤੋ ਕਹਿੰਦੇ, ਤੈਨੂੰ ਲੋਕ ਵਡਿਆਉਣਗੇ। ਨਾਨਕ ਉਭਰੇ ਨਾਮ ਜਪ ਦਰ ਸੱਚੈ ਸ਼ਾਬਾਸ਼। ਇੱਥੇ ਵੀ ਸ਼ਾਬਾਸ਼, ਪਰਲੋਕ ਵਿੱਚ ਵੀ ਸ਼ਾਬਾਸ਼। ਉੱਥੇ ਵੀ ਤੇਰੀ ਵਡਿਆਈ ਹੋਵੇਗੀ। ਤੋ ਅੱਗੇ ਪਾਤਸ਼ਾਹ ਕਹਿੰਦੇ ਨੇ, ਸੱਚ ਸੱਚਾ ਜਿਨ ਮਨ ਭਾਵਦਾ, ਸੇ ਮਨ ਸੱਚੀ ਦਰਗਹ ਲਿਜੈ। ਦੇਖੋ ਸਿੱਧਾ ਜਿਹਾ ਹੀ ਮਸਲਾ ਹੈ ਵੀ ਦੁਨੀਆ ਚੰਗੀ ਲੱਗਦੀ ਹੈ ਤੇ ਦੁਨੀਆ ਤੇ ਹੀ ਰਹੋਗੇ। ਜੂਨਾਂ ਬਦਲ ਸਕਦੀਆਂ, ਕਦੇ 2 ਲੱਤਾਂ ਤੇ ਕਦੇ 4 ਲੱਤਾਂ। ਜੇ ਨਿਰੰਕਾਰ ਚੰਗਾ ਲੱਗਦਾ ਹੈ ਤੇ ਫਿਰ ਮੁਕਤੀ ਪਾ ਕੇ ਦਰਗਾਹ ਵਿੱਚ ਰਹੋਗੇ। ਜਿਹਦੇ ਨਾਲ ਪਿਆਰ ਹੋਵੇ ਉਹਦੇ ਕੋਲ ਹੀ ਰਿਹਾ ਜਾਂਦਾ ਹੈ। ਹੁਣ ਆਪਾਂ ਤੇ ਅਰਦਾਸ ਕਰਦੇ ਜਦੋਂ ਕੋਈ ਸਰੀਰ ਛੱਡਦਾ ਹੈ ਦੁਸਹਿਰੇ ਤੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ, ਮਹਾਰਾਜ ਇਹਨੂੰ ਮੁਕਤ ਕਰ ਦਿਓ। ਹੁਣ ਅਰਦਾਸ ਹੈ, ਮੰਨ ਲਵੇ ਤੇ ਮੰਨ ਲਵੇ, ਨਾ ਮੰਨੇ ਤੇ ਜ਼ੋਰ ਕੋਈ ਨਹੀਂ ਗੁਰੂ ਦੇ ਅੱਗੇ, ਪਰਮੇਸ਼ਰ ਅੱਗੇ। ਰਾਜਾ ਹੈ ਨਾ, ਵਜ਼ੀਰ ਦਾ ਜ਼ੋਰ ਨਹੀਂ ਹੁੰਦਾ, ਤਰਲਾ ਹੀ ਚੱਲਦਾ ਹੈ। ਤਾਂ ਮੁਸ਼ਕਲ ਇਹ ਹੈ, ਜੇ ਸਾਰਾ ਜੀਵਨ ਨਿਰੰਕਾਰ ਨਾਲ ਪਿਆਰ ਹੀ ਨਹੀਂ ਕੀਤਾ ਤੇ ਮੁਕਤ ਕਿਵੇਂ ਹੋਗੇ? ਉਹਨੂੰ ਚਾਹਿਆ ਹੀ ਨਹੀਂ ਹੈ ਤੇ ਉਹਦੇ ਕੋਲ ਜਾਓਗੇ ਕਿਵੇਂ? ਸੰਸਾਰ ਨੂੰ ਚਾਹਿਆ ਸੀ, ਸੰਸਾਰ ਤੇ ਆ ਗਏ। ਜੇ ਦਰਗਾਹ ਨੂੰ ਮੱਲਣਾ ਹੈ ਨਾ, ਤਾਂ ਮਹਾਰਾਜ ਕਹਿੰਦੇ ਨੇ ਉਹਦੇ ਗੀਤ ਗਾਓ, ਉਹਦੇ ਨਾਲ ਪਿਆਰ ਕਰੋ, ਫਿਰ ਚਰਨਾਂ 'ਚ ਜਗ੍ਹਾ ਦੇਵੇਗਾ। ਇਹ ਦਰਗਾਹ ਲਫ਼ਜ਼ ਵੀ ਫਾਰਸੀ ਦਾ, ਦਰਬਾਰ ਨੂੰ ਕਹਿੰਦੇ ਨੇ। ਸਤਿਗੁਰ ਸੇਵੇ ਆਪਣਾ, ਹਉ ਸਦ ਕੁਰਬਾਨੈ ਤਾਸ, ਖੜ ਦਰਗਹ ਪੈ ਨਾਈਐ ਮੁਖ ਹਰ ਨਾਮ ਨਿਵਾਸ। ਜਿਹੜੇ ਸਤਿਗੁਰੂ ਨੂੰ ਸੇਵਣ, ਅਕਾਲ ਪੁਰਖ ਦੇ ਗੀਤ ਗਾਉਣ, ਦਰਗਾਹ ਵਿੱਚ ਵੀ ਸਿਰੋਂ ਪਾਉ ਮਿਲਦਾ ਹੈ ਉਹਨਾਂ ਨੂੰ। ਅੱਗੇ ਪਾਤਸ਼ਾਹ ਕਹਿੰਦੇ, ਧੰਨ ਧੰਨ ਜਨਮ ਸਚਿਆਰੀਆ, ਮੁਖ ਉਜਲ ਸੱਚ ਕਰਿਜੈ। ਧੰਤਾ ਦੇ ਜੋਗ ਨੇ ਸਚਿਆਰੇ ਲੋਕ,
ਜੋ ਸੱਚ ਨੂੰ ਧਾਰਦੇ ਨੇ, ਸੱਚ ਬੋਲਦੇ ਨੇ, ਸੱਚੇ ਦੇ ਹੀ ਗੁਣ ਗਾਉਂਦੇ ਨੇ, ਉਹਨਾਂ ਦਾ ਮੁੱਖ ਉੱਜਲ ਵਡਿਆਈ ਦੇ ਸਹਿਤ ਹੈ, ਇੱਥੇ ਵੀ ਤੇ ਪਰਲੋਕ ਵਿੱਚ ਵੀ। ਸੱਚ ਕਰਿਜੈ, ਸੱਚ ਨੇ ਨਾਲ ਮਿਲਾ ਲਏ, ਸੱਚ ਸਰੂਪ ਹੋ ਗਏ, ਪਰਮਾਤਮਾ ਦਾ ਰੂਪ ਹੋ ਗਏ, ਪਰਮਾਤਮਾ ਵਿੱਚ ਇਕਮਿਕ ਹੋ ਗਏ। ਬਾਣੀ ਚਾਹੁੰਦਾ ਨਾ, ਸਚਿਆਰ ਸਿੱਖ ਬਹਿ ਸਤਿਗੁਰ ਪਾਸ ਘਾਲਨ, ਕੁੜਿਆਰ ਨਾ ਲੱਭਣੀ ਕਿਤੈ ਥਾਏ ਭਾਲੇ। ਗੁਰੂ ਪਰਮੇਸ਼ਰ ਕੋਲ ਸੱਚਾ ਹੀ ਬਹਿੰਦਾ, ਕਿਉਂਕਿ ਸੱਚ ਸਰੂਪ ਹੈ। ਕੂੜੇ ਬੰਦਿਆਂ ਤੇ ਦੁਨੀਆ ਤੇ ਖੁਸ਼ ਹੋ ਸਕਦੀ ਹੈ, ਨਿਰੰਕਾਰ ਨਹੀਂ ਨੇੜੇ ਬਹਿਣ ਦਿੰਦਾ। ਜਨ ਨਾਨਕ ਇੱਕ ਨਾ ਗੁਰਮੇਲ ਸੁਖ ਦੇਵੈ, ਇੱਕ ਆਪੇ ਵੱਖ ਕੱਢੈ ਠਗਵਾਲੇ। ਜਿਹੜੇ ਸਚਿਆਰ ਨੇ ਉਹਨਾਂ ਨੂੰ ਤੇ ਮਿਲਾ ਲੈਂਦਾ, ਜਿਹੜੇ ਠੱਗ ਨੇ ਉਹਨਾਂ ਨੂੰ ਦੌੜਾ ਦਿੰਦਾ ਹੈ। ਜਿਨ ਧੁਰ ਲਿਖਿਆ ਲੇਖ ਤਿੰਨੀ ਨਾਮ ਕਮਾਇਆ, ਦਰ ਸੱਚੈ ਸਚਿਆਰ ਮਹਿਲ ਬੁਲਾਇਆ। ਜਿਨ੍ਹਾਂ ਨਾਮ ਜਪਿਆ, ਸੱਚ ਬੋਲਿਆ, ਸੱਚੇ ਦੇ ਮਹਿਲ ਵਿੱਚ ਉਹਨਾਂ ਨੂੰ ਹੀ ਜਗ੍ਹਾ ਮਿਲੀ ਹੈ, ਠੱਗਾਂ ਨੂੰ ਨਹੀਂ, ਠੱਗੀਆਂ ਮਾਰਨ ਵਾਲਿਆਂ ਨੂੰ ਨਹੀਂ, ਮੁਰਦਾਰ ਖਾਣਾ ਦੂਜਿਆਂ ਦਾ ਹੱਕ ਮਾਰਨ ਵਾਲਿਆਂ ਨੂੰ ਨਹੀਂ, ਕੁਫਰ ਤੋਲਣ ਵਾਲਿਆਂ ਨੂੰ ਦਰਗਾਹ ਵਿੱਚ ਗੁਰੂ ਨਾਨਕ ਦੇ ਘਰ ਕੋਈ ਜਗ੍ਹਾ ਨਹੀਂ ਹੈ। ਤੋ ਨਾਮ ਨਾਲ ਜੁੜੀਏ, ਖੰਡੇ ਦੀ ਪੌਲ ਛਕੀਏ, ਗੁਰੂ ਵਾਲੇ ਬਣੀਏ। ਦਾਸ ਇੱਥੇ ਵਿਚਾਰ ਨੂੰ ਸੰਕੋਚਦਾ ਹੈ। ਸ਼ਬਦ ਦੀ ਵਿਚਾਰ ਦਰਮਿਆਨ ਬੇਅੰਤ ਤਰੁੱਟੀਆਂ ਰਹਿ ਗਈਆਂ ਹੋਣਗੀਆਂ, ਸੰਗਤ ਨੇ ਬਖਸ਼ ਦੇਣਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ, ਧਰਮ ਪ੍ਰਚਾਰ ਕਮੇਟੀ ਦਾ ਧੰਨਵਾਦ, ਗੁਰੂ ਕੇ ਵਜ਼ੀਰ ਇੱਥੇ ਮੁੱਖ ਸੇਵਾ ਕਰਨ ਵਾਲੇ ਸਤਿਕਾਰਯੋਗ ਗਿਆਨੀ ਹਰਨਾਮ ਸਿੰਘ ਹੋਣਾ ਦਾ ਧੰਨਵਾਦ। ਜਿਤਨੇ ਵੀ ਸੇਵਾਦਾਰ ਹੋ, ਸਭਨਾਂ ਦਾ ਦਾਸ ਧੰਨਵਾਦ ਕਰਦਾ ਹੈ। ਆਪ ਸੰਗਤ ਨੂੰ ਨਮਸਕਾਰ। ਧੰਨ ਧੰਨ ਗੁਰਦੇਵ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਸਜਦਾ ਹੈ। ਇੱਥੇ ਦਾਸ ਫਤਿਹ ਅਰਜ਼ ਕਰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।